ਅਫਸੀ ਦਾ ਖੱਤ ਉਸਦਾ 6 ਅਧਿਆਇ ਤੇ ਉਸਦੀ 10 ਆਇਤ ਨੂੰ ਅਸੀਂ ਦੇਖਾਂਗੇ। ਪਰ ਮੈਂ 10 ਆਇਤ ਤੋਂ ਲੈ ਕੇ 20 ਆਇਤ ਤੱਕ ਪੜ੍ਹਦਾ ਹਾਂ। ਉਸ ਵਿੱਚ ਪੌਲੁਸ ਕਹਿੰਦਾ ਹੈ, ਮੁਕਤੀ ਗੱਲ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਗੜੇ ਰਹੋ। ਪਰਮੇਸ਼ਵਰ ਦੇ ਸਾਰੇ ਬਸਤਰ ਸ਼ਸਤਰ ਧਾਰੋ ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਿੱਦਰਾਂ ਦੇ ਸਾਹਮਣੇ ਖਲੋ ਸਕੋ। ਕਿਉਂਕਿ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖਤਿਆਰਾਂ ਅਤੇ ਇਸ ਹੰਧਕੋਰ ਦੇ ਮਹਾਰਾਜਿਆਂ ਤੇ ਦੁਸ਼ਟ ਆਤਮਾ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ। ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭ ਕੁਝ ਮੁਕਾ ਕੇ ਖਲੋ ਸਕੋ। ਸੋ ਤੁਸੀਂ ਆਪਣੀ ਕਮਰ ਸੱਚਾਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੀ ਪੈਰੀ ਪਾ ਕੇ ਖਲੋ ਜਾਓ। ਉਹਨਾਂ ਸਭਨਾਂ ਸਣੇ ਨੇਚਾ ਦੀ ਢਾਲ ਲਾਓ ਜਿਹਦੇ ਨਾਲ ਤੁਸੀਂ ਉਹ ਦੁਸ਼ਟ ਦੇ ਸਾਰੇ ਅਗਨ ਬਾਣਾਂ ਨੂੰ ਬੁਝਾ ਸਕੋਗੇ ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ ਲੈ ਲਵੋ ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਦੇ ਨਿਮਿਤ ਸਾਰੀਆਂ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀ ਨਾਲ ਜਾਗਦੇ ਰਹੋ ਅਤੇ ਮੇਰੇ ਲਈ ਵੀ ਭਈ ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬੋਲਣਾ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਤ ਖੋਲ੍ਹ ਦਿਆਂ ਜਿਹਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਹਾਂ ਅਤੇ ਮੈਂ ਉਸ ਵਿੱਚ ਅਜਿਹਾ ਦਲੇਰੀ ਨਾਲ ਬੋਲਣਾ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ। ਅੱਜ ਅਸੀਂ ਇਹਨਾਂ ਆਇਤਾਂ ਨੂੰ ਪੜ੍ਹਿਆ ਤੇ ਜਿਹੜਾ ਅੱਜ ਦਾ ਵਚਨ ਹੈ ਉਹ ਸਿਰਫ ਪਹਿਲੀ ਆਇਤ ਜਿਹੜੀ ਅਸੀਂ ਪੜ੍ਹੀ 10ਵੀਂ ਆਇਤ ਮੁਕਤੀ ਕਾਲ ਇਹ ਹੈ, ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਗੜੇ ਰਹੋ। ਮੈਂ ਇੰਗਲਿਸ਼ ਪੜ੍ਹਾਂਗਾ ਫਿਰ ਉਸਦਾ ਪੰਜਾਬੀ ਵਿੱਚ ਤਰਜਮਾ ਵੀ ਕਰਦਾ ਹਾਂ। ਫਾਈਨਲੀ ਬੀ ਸਟਰੋਂਗ ਇਨ ਦ ਲਾਰਡ ਐਂਡ ਇਨ ਦ ਸਟਰੈਂਥ ਆਫ ਹਿਸ ਮਾਈਟ। ਉਹ ਕਹਿੰਦਾ ਹੈ ਅੰਤ ਵਿੱਚ ਪ੍ਰਭੂ ਵਿੱਚ ਤਗੜੇ ਬਣੇ ਰਹੋ ਤੇ ਉਸ ਦੀ ਤਾਕਤ ਦੇ ਉੱਤੇ ਭਰੋਸਾ ਕਰਦੇ ਰਹੋ। ਤੇ ਅੱਜ ਅਸੀਂ ਦੇਖਣ ਜਾ ਰਹੇ ਹਾਂ ਇਹ 10 ਆਇਤਾਂ ਜਿਹੜੀਆਂ ਕਿ ਅਸੀਂ ਹਰੇਕ ਹਫ਼ਤੇ ਇੱਕ ਆਇਤ ਨੂੰ ਦੇਖਾਂਗੇ। ਅੱਜ ਦੀ ਗੱਲ ਕਰਦੇ ਹਾਂ ਕਿ ਜੋ ਪੌਲੁਸ ਲਿਖ ਰਿਹਾ ਸੀ ਅਫਸੀਆਂ ਦੇ ਵਿੱਚ ਉਹ ਪਹਿਲੇ 3 ਅਧਿਆਇਆਂ ਵਿੱਚ ਸਾਨੂੰ ਦੱਸਦਾ ਹੈ ਕਿ ਕਿਵੇਂ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਅਸੀਂ ਬਚਾਏ ਗਏ ਉਸ ਦੀ ਕਿਰਪਾ ਦੇ ਦੁਆਰਾ। ਫਿਰ ਉਹ ਦੱਸਦਾ ਹੈ ਸਾਨੂੰ ਕਿ ਕਿਵੇਂ ਅਸੀਂ ਪਾਪਾਂ ਵਿੱਚ ਫਸੇ ਸੀ, ਅਸੀਂ ਪ੍ਰਭੂ ਤੋਂ ਦੂਰ ਸੀ ਅਤੇ ਪ੍ਰਭੂ ਦੀ ਕਿਰਪਾ ਦੇ ਕਰਕੇ ਅਸੀਂ ਪ੍ਰਭੂ ਦੇ ਨੇੜੇ ਲਿਆਂਦੇ ਗਏ। ਅਤੇ ਸਾਨੂੰ ਦੱਸਦਾ ਹੈ ਕਿ ਕਿਵੇਂ ਪਵਿੱਤਰ ਆਤਮਾ ਦੇ ਜ਼ਰੀਏ ਹੁਣ ਅਸੀਂ ਭਰੇ ਹੋਏ ਹਾਂ, ਪਵਿੱਤਰ ਆਤਮਾ ਨਾਲ ਅਸੀਂ ਭਰ ਗਏ, ਉਸਦੇ ਵਚਨ 'ਤੇ ਯਕੀਨ ਕੀਤਾ, ਅਸੀਂ ਅੰਧਕਾਰ ਦੇ ਕੰਮਾਂ ਨੂੰ ਛੱਡ ਕੇ ਪ੍ਰਭੂ ਦੇ ਕੰਮਾਂ 'ਚ ਲੱਗ ਗਏ। ਪ੍ਰਭੂ ਨੇ ਸਾਨੂੰ ਆਪਣੀ ਰੋਸ਼ਨੀ ਦੇ ਵਿੱਚ ਲੈ ਆਂਦਾ। ਇਹ ਕਿੰਨੇ ਤਰ੍ਹਾਂ ਦੇ ਅਸੀਂ ਥੀਮ ਦੇਖੇ ਅਫਸੀਆਂ ਦੇ ਖੱਤ ਵਿੱਚ। ਕਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੇ ਆਤਮਾ ਨਾਲ ਭਰੇ ਹੋਏ ਲੋਕ ਹਨ, ਹਸਬੈਂਡਸ, ਵਾਈਵਸ, ਚਿਲਡਰਨ, ਪੇਰੈਂਟਸ, ਵਰਕਰਸ, ਇਹ ਸਾਰੇ ਕਿਵੇਂ ਅਸੀਂ ਪ੍ਰਭੂ ਦੀ ਰਜ਼ਾ ਦੇ ਵਿੱਚ ਰਹਿੰਦੇ ਹੋਏ ਪਵਿੱਤਰ ਆਤਮਾ ਨਾਲ ਭਰੇ ਹੋਏ ਅਸੀਂ ਇਹਨਾਂ ਰਿਸ਼ਤਿਆਂ ਨੂੰ ਕਾਇਮ ਰੱਖਦੇ ਹਾਂ ਅਤੇ ਇਹਨਾਂ ਰਿਸ਼ਤਿਆਂ ਦੇ ਵਿੱਚ ਪ੍ਰਭੂ ਦੇ ਨਾਮ ਨੂੰ ਮਹਿਮਾ ਦਿੰਦੇ ਹਾਂ। ਅਤੇ ਅੰਤਲੀਆਂ ਜਿਹੜੀਆਂ ਆਇਤਾਂ ਹੁਣ ਅਸੀਂ ਦੇਖਦੇ ਹਾਂ 6ਵੇਂ ਅਧਿਆਇ ਵਿੱਚ ਉਹ ਇਹ ਹੈ ਕਿ ਪੌਲੁਸ ਕਹਿ ਰਿਹਾ ਹੈ ਸਾਨੂੰ ਇਹਨਾਂ ਗੱਲਾਂ ਨੂੰ ਜਾਣਨ ਦੀ ਲੋੜ ਹੈ। ਕਿਉਂ? ਜੇ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ, ਅਸੀਂ ਜੇ ਕ੍ਰਿਸਚਨ ਡਾਕਟਰੀਨ ਨੂੰ ਨਹੀਂ ਜਾਣਦੇ, ਜੇ ਅਸੀਂ ਮਸੀਹੀ ਸਿੱਖਿਆ ਨੂੰ ਨਹੀਂ ਜਾਣਦੇ, ਪ੍ਰਭੂ ਕੌਣ ਹੈ, ਚਰਚ ਕੀ ਹੈ, ਮੁਕਤੀ ਕੀ ਹੈ, ਵਚਨ ਕੀ ਆਖਦਾ ਹੈ, ਜੇ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੋਵੇਗਾ ਤਾਂ ਫਿਰ ਅਸੀਂ ਆਪਣੇ ਜੀਵਨ ਨੂੰ ਪ੍ਰਭੂ ਦੇ ਅਨੁਸਾਰ, ਪ੍ਰਭੂ ਦੇ ਕਈਆਂ ਹੋਈਆਂ ਗੱਲਾਂ ਦੇ ਅਨੁਸਾਰ ਕਿਵੇਂ ਢਾਲ ਸਕਦੇ ਹਾਂ। ਇਸ ਲਈ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਇਹਨਾਂ ਗੱਲਾਂ ਦੀ। ਅਤੇ ਇਸ ਲਈ ਪੌਲੁਸ ਇਹਨਾਂ ਗੱਲਾਂ ਨੂੰ ਬਾਰ-ਬਾਰ ਲਿਖਦਾ ਹੈ। ਫਿਰ ਉਹ ਕਹਿੰਦਾ ਹੈ ਕਿ ਕਿਉਂਕਿ ਹੁਣ ਤੁਸੀਂ ਮਸੀਹ ਦੇ ਵਿੱਚ ਹੋ, ਕਿਉਂਕਿ ਸ਼ਾਇਦ ਤੁਹਾਡਾ ਜਨਮ ਮਸੀਹ ਦੇ ਵਿੱਚ ਨਾ ਹੋਇਆ ਹੋਵੇ, ਚਾਹੇ ਤੁਹਾਡਾ ਮਸੀਹ ਘਰਾਣੇ 'ਚ ਜਨਮ ਨਾ ਹੋਇਆ ਹੋਵੇ, ਪਰ ਜਦੋਂ ਤੁਸੀਂ ਮਸੀਹ 'ਤੇ ਵਿਸ਼ਵਾਸ ਕੀਤਾ ਤੁਹਾਨੂੰ ਪਾਪਾਂ ਤੋਂ ਮਾਫੀ ਮਿਲੀ, ਤੁਹਾਨੂੰ ਸ਼ਾਂਤੀ ਮਿਲੀ, ਸੰਤੁਸ਼ਟੀ ਮਿਲੀ। ਅਤੇ ਕਿਉਂਕਿ ਹੁਣ ਤੁਸੀਂ ਪ੍ਰਭੂ ਦੇ ਰਾਜ ਦੇ ਵਿੱਚ ਦਾਖਲ ਹੋ ਗਏ ਹੋ, ਹੁਣ ਜੋ ਗੱਲਾਂ ਤੁਸੀਂ ਪਹਿਲਾਂ ਕਰਦੇ ਸੀ ਹੁਣ ਉਹ ਗੱਲਾਂ ਨਹੀਂ ਕਰਦੇ। ਪਰ ਕਿਉਂਕਿ ਤੁਸੀਂ ਇਸ ਸੰਸਾਰ 'ਚ ਰਹਿੰਦੇ ਹੋ ਜੋ ਕਿ ਪਾਪ ਵਿੱਚ ਫਸਿਆ ਹੈ, ਜੋ ਕਿ ਅੰਧਕਾਰ ਦੇ ਰਾਹਾਂ 'ਤੇ ਚੱਲਦਾ ਹੈ, ਹੁਣ ਇਹ ਸੰਸਾਰ ਦਾ ਇੱਕ ਜੋ ਮਾਈਂਡਸੈਟ ਹੈ
ਜੋ ਇਹ ਸੰਸਾਰ ਦੀ ਇੱਕ ਸਿੱਖਿਆ ਹੈ ਉਹ ਪ੍ਰਭੂ ਦੀ ਸਿੱਖਿਆ ਤੋਂ ਅਲੱਗ ਹੈ। ਅਤੇ ਹੁਣ ਅਸੀਂ ਜਿਹੜੀ ਸਿੱਖਿਆ ਪ੍ਰਭੂ ਤੋਂ ਹਾਸਲ ਕੀਤੀ ਹੈ ਹੁਣ ਉਹ ਦੁਨਿਆਵੀ ਸਿੱਖਿਆ ਦੇ ਖਿਲਾਫ ਹੈ, ਅਤੇ ਦੁਨਿਆਵੀ ਸਿੱਖਿਆ ਪ੍ਰਭੂ ਦੀ ਸਿੱਖਿਆ ਦੇ ਖਿਲਾਫ ਹੈ। ਆਤਮਿਕ ਤੌਰ 'ਤੇ ਅਸੀਂ ਗੱਲ ਕਰਦੇ ਹਾਂ, ਅਤੇ ਪੌਲੁਸ ਵੀ ਇਹਨਾਂ ਆਇਤਾਂ ਵਿੱਚ ਇਹੀ ਕਹਿੰਦਾ ਹੈ ਕਿ ਹੁਣ ਆਤਮਾ ਦੇ ਅਨੁਸਾਰ ਅਸੀਂ ਚੱਲਦੇ ਹਾਂ। ਇਸ ਲਈ ਜੋ ਸੰਸਾਰ ਹੈ ਉਸ ਦੇ ਕੋਲ ਪ੍ਰਭੂ ਦਾ ਆਤਮਾ ਨਹੀਂ ਹੈ। ਇਸ ਲਈ ਉਹ ਕਹਿੰਦਾ ਹੈ 11 ਆਇਤ ਵਿੱਚ ਵੀ ਕਿ ਪ੍ਰਭੂ ਦੀ ਢਾਲ ਨੂੰ ਪਹਿਨ ਲਵੋ। ਕਿਉਂਕਿ ਹੁਣ ਇਹ ਇੱਕ ਆਤਮਿਕ ਜੰਗ ਹੈ। ਇਹ ਕੋਈ ਅਸਤਰਾਂ ਦੀ ਜੰਗ ਨਹੀਂ ਹੈ, ਜਾਂ ਨਾ ਕੋਈ ਇਹ ਕਿਸੇ ਨੂੰ ਮਾਰਨ ਕੁੱਟਣ ਦੀ ਜੰਗ ਹੈ। ਇਹ ਜੰਗ ਹੈ ਕਿ ਇਸ ਦੁਨੀਆ ਦੇ ਵਿੱਚ ਇੱਦਾਂ ਦੀਆਂ ਬਹੁਤ ਸਿੱਖਿਆਵਾਂ ਹਨ ਜੋ ਕਿ ਪ੍ਰਭੂ ਦੇ ਖਿਲਾਫ ਹਨ, ਜੋ ਕਿ ਸੱਚ ਦੇ ਖਿਲਾਫ ਹਨ, ਜੋ ਕਿ ਅੰਧਕਾਰ ਦੀਆਂ ਗੱਲਾਂ ਹਨ। ਅਤੇ ਇਸ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਇਹ ਜੋ ਸਮਾਂ ਹੈ ਇਹ ਬਹੁਤ ਹੀ ਖਰਾਬ ਸਮਾਂ ਹੈ। ਇਸ ਲਈ ਤੁਸੀਂ ਪ੍ਰਭੂ ਦੇ ਨਾਲ ਚੱਲਦੇ ਰਹੋ। ਉਹ ਅਫਸੀਆਂ ਦੇ ਖੱਤ 5 ਅਧਿਆਇ ਵਿੱਚ ਵੀ ਇਹੀ ਕਹਿੰਦਾ ਹੈ ਕਿ ਤੁਸੀਂ ਹੁਣ ਪ੍ਰਭੂ ਦੇ ਨਾਲ ਚੱਲਦੇ ਰਹੋ, ਕਿਉਂਕਿ ਇਹ ਸਮਾਂ ਜੋ ਹੈ ਖਰਾਬ ਆ ਰਿਹਾ ਹੈ। ਉਹ ਕਹਿੰਦਾ ਹੈ 15 ਆਇਤ ਵਿੱਚ, 5 ਅਧਿਆਇ ਉਹਦਾ 15 ਆਇਤ, ਇਸ ਲਈ ਇਸ ਗੱਲੋਂ ਬਹੁਤ ਸਾਵਧਾਨ ਰਹੋ ਕਿ ਤੁਸੀਂ ਕਿਵੇਂ ਜਿਉਂਦੇ ਹੋ। ਗਿਆਨਹੀਣ ਬੰਦਿਆਂ ਦੇ ਢੰਗ ਨਾਲ ਨਾ ਜੀਵੋ, ਸਗੋਂ ਗਿਆਨਵਾਨ ਬਣ ਕੇ ਜੀਵੋ। ਮੇਰਾ ਭਾਵ ਇਹ ਹੈ ਕਿ ਤੁਹਾਨੂੰ ਆਪਣੇ ਹਰ ਮੌਕੇ ਨੂੰ ਚੰਗੇ ਕੰਮ ਲਈ ਵਰਤਣਾ ਚਾਹੀਦਾ ਹੈ, ਕਿਉਂਕਿ ਇਹ ਸਮੇਂ ਭ੍ਰਿਸ਼ਟ ਹਨ। ਅਤੇ ਕਿਉਂਕਿ ਇਹ ਸਮਾਂ ਭ੍ਰਿਸ਼ਟ ਹੈ, ਕਿਉਂਕਿ ਸੰਸਾਰ ਦਾ ਜੋ ਇੱਕ ਚਾਲ ਚਲਣ ਹੈ, ਜਾਂ ਸੰਸਾਰ ਦਾ ਇੱਕ ਦੀ ਸੋਚ ਹੈ, ਉਹ ਪ੍ਰਭੂ ਦੀ ਸੋਚ ਤੋਂ ਅਲੱਗ ਹੈ। ਅਤੇ ਜਦੋਂ ਅਸੀਂ ਪ੍ਰਭੂ ਦੇ ਵਿੱਚ ਆ ਗਏ ਸਾਡੀ ਸੋਚ ਬਦਲ ਗਈ, ਅਤੇ ਹੁਣ ਉਹ ਸੋਚਾਂ ਦਾ ਇੱਕ ਕੀ ਮੁਕਾਬਲਾ ਹੋ ਗਿਆ। ਸ਼ੈਤਾਨ ਦੀ ਸੋਚ ਖਰਾਬ ਹੈ, ਦੁਨਿਆਵੀ ਸੋਚ ਖਰਾਬ ਹੈ, ਕਿਉਂਕਿ ਪਾਪ ਦੇ ਨਾਲ ਸਾਰਿਆਂ ਦੇ ਮਨ ਖਰਾਬ ਹੋਏ ਹੋਏ ਹਨ। ਜਦ ਤੱਕ ਅਸੀਂ ਪ੍ਰਭੂ ਕੋਲ ਮਾਫੀ ਨਹੀਂ ਪਾਉਂਦੇ ਅਤੇ ਆਪਣੇ ਮਨਾਂ ਦਾ ਇਲਾਜ ਨਹੀਂ ਕਰਾਉਂਦੇ, ਤਦ ਤੱਕ ਅਸੀਂ ਪ੍ਰਭੂ ਤੋਂ ਦੂਰ ਰਹਿੰਦੇ ਹਾਂ। ਅਤੇ ਇਹੀ ਗੱਲ ਪੌਲੁਸ ਕਹਿੰਦਾ ਹੈ ਉਹਨਾਂ ਨੂੰ। ਉਹ ਕਹਿੰਦਾ ਹੈ ਕਿ ਤੁਸੀਂ ਪ੍ਰਭੂ ਦੇ ਵਿੱਚ ਬਣੇ ਰਹੋ ਅਤੇ ਪ੍ਰਭੂ ਦੇ ਨਾਲ ਚੱਲਦੇ ਰਹੋ, ਪ੍ਰਭੂ ਦੀ ਢਾਲ ਨੂੰ ਪਹਿਨ ਲਵੋ। ਅਤੇ ਉਹ ਕਹਿੰਦਾ ਹੈ ਹੇ ਭਰਾਵੋ ਤੁਸੀਂ ਪ੍ਰਭੂ ਦੇ ਵਿੱਚ ਬਣੇ ਰਹੋ। ਅਤੇ ਪੌਲੁਸ ਲਿਖਦਾ ਹੈ ਕਿ ਤੁਸੀਂ ਪਰਮੇਸ਼ਵਰ ਵਿੱਚ ਬਣੇ ਰਹੋ, ਉਸ ਦੀ ਤਾਕਤ ਵਿੱਚ, ਉਸ ਦੀ ਸ਼ਕਤੀ ਦੇ ਵਿੱਚ, ਅਤੇ ਉਹਦੀ ਸ਼ਕਤੀ 'ਤੇ ਭਰੋਸਾ ਕਰਦੇ ਰਹੋ। ਉਹ ਅੰਤ ਵਿੱਚ ਲਿਖਦਾ ਹੈ, ਕਿਉਂਕਿ ਹੁਣ ਪੌਲੁਸ ਇਹ ਖਤਮ ਕਰਨ ਲੱਗਾ ਸੀ ਖਤ, ਇਸ ਲਈ ਉਹ ਕਹਿੰਦਾ ਹੈ ਅੰਤ ਵਿੱਚ, ਫਾਈਨਲੀ। ਮੈਂ ਤੁਹਾਨੂੰ ਇਹ ਗੱਲਾਂ ਦੱਸਣਾ ਚਾਹੁੰਦਾ ਹਾਂ ਕਿ ਕਿਉਂ ਮੈਂ ਇਹ ਗੱਲਾਂ ਲਿਖੀਆਂ। ਪੌਲੁਸ ਨੇ ਇਹ ਗੱਲਾਂ ਇਸ ਕਰਕੇ ਲਿਖੀਆਂ ਕਿਉਂਕਿ ਇੱਥੇ ਇੱਕ ਸਪਿਰਿਚੁਅਲ ਵਾਰਫੇਅਰ ਹੈ, ਇੱਕ ਆਤਮਿਕ ਜੰਗ ਹੈ। ਉਹ ਜੰਗ, ਜਿੱਦਾਂ ਮੈਂ ਕਿਹਾ, ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਜਾਂ ਕਿਸੇ ਬੰਦੇ ਦੇ ਖਿਲਾਫ ਨਹੀਂ ਹੈ, ਜਾਂ ਕਿਸੇ ਆਗੂ ਦੇ ਖਿਲਾਫ ਨਹੀਂ ਹੈ। ਇਹ ਜੰਗ ਜੋ ਹੈ ਇੱਕ ਆਤਮਿਕ ਜੰਗ ਹੈ, ਜੋ ਕਿ ਇੱਕ ਸੋਚ ਦੀ ਜੰਗ ਹੈ, ਸਾਡੀ ਸੋਚ ਦੀ, ਮਸੀਹੀ ਸੋਚ ਦੀ। ਅਤੇ ਕਿਉਂਕਿ ਸ਼ੈਤਾਨ ਇਸ ਦੁਨੀਆ ਦਾ ਰਾਜਾ ਹੈ, ਸ਼ੈਤਾਨ ਨੇ ਕਈ ਲੋਕਾਂ ਨੂੰ ਭਰਮਾਇਆ ਹੈ, ਗਲਤ ਕੰਮਾਂ 'ਤੇ ਲਾਇਆ ਹੈ। ਅਤੇ ਕਿਉਂਕਿ ਸੰਸਾਰ ਵਿੱਚ ਪਾਪ ਹੈ, ਅਤੇ ਕਿਉਂਕਿ ਇਨਸਾਨ ਪਾਪ ਨੂੰ ਇੰਜੋਏ ਕਰਦਾ ਹੈ ਅਤੇ ਉਹ ਪਾਪ ਤੋਂ ਦੂਰ ਹੋਣਾ ਨਹੀਂ ਚਾਹੁੰਦਾ, ਇਸ ਲਈ ਜੋ ਲੋਕ ਹੁਣ ਪਾਪ ਤੋਂ ਦੂਰ ਹੋ ਗਏ, ਹੁਣ ਉਹਨਾਂ ਦਾ ਚਾਲ ਚੱਲਣ ਵਾਲਾ ਬਦਲ ਗਿਆ ਅਤੇ ਉਹਨਾਂ ਦੀ ਸੋਚ ਬਦਲ ਗਈ, ਅਤੇ ਇੱਕ ਸੋਚ ਵਾਲੀ ਜੰਗ ਹੈ। ਅਤੇ ਪੌਲੁਸ ਕਹਿੰਦਾ ਹੈ ਮੈਂ ਅੰਤ ਵਿੱਚ ਇਹ ਲਿਖਣਾ ਚਾਹੁੰਦਾ ਹਾਂ ਕਿ ਤੁਸੀਂ ਪ੍ਰਭੂ ਦੇ ਵਿੱਚ ਬਣੇ ਰਹੋ, ਉਹਦੀ ਸ਼ਕਤੀ ਦੇ ਵਿੱਚ। ਹੁਣ ਪ੍ਰਭੂ ਦੀ ਸ਼ਕਤੀ ਵਿੱਚ ਉਹੀ ਲੋਕ ਬਣ ਸਕਦੇ ਹਨ ਜੋ ਕਿ ਮਸੀਹ ਦੇ ਵਿੱਚ ਹਨ, ਕਿਉਂਕਿ ਜੋ ਮਸੀਹ ਤੋਂ ਬਾਹਰ ਹੈ ਉਹ ਇਹਨਾਂ ਗੱਲਾਂ ਨੂੰ ਨਾ ਤਾਂ ਸਮਝ ਸਕਦਾ ਹੈ ਅਤੇ ਨਾ ਹੀ ਇਹਨਾਂ ਗੱਲਾਂ ਨੂੰ ਕਰ ਸਕਦਾ ਹੈ। ਜੇ ਕੋਈ ਇੱਕ ਇਨਸਾਨ, ਕੋਈ ਔਰਤ ਜਾਂ ਕੋਈ ਆਦਮੀ, ਜੇ ਕੋਈ ਉਹ ਮਸੀਹ ਲਾਈਫ ਨੂੰ ਸਮਝ ਨਹੀਂ ਸਕਦਾ, ਮਸੀਹੀ ਜੀਵਨ ਨੂੰ ਸਮਝ ਨਹੀਂ ਸਕਦਾ, ਜਾਂ ਉਹ ਜੀਵਨ ਨੂੰ ਅਪਣਾ ਨਹੀਂ ਸਕਦਾ, ਉਹ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਮਸੀਹੀ ਨਹੀਂ ਹੈ। ਮਸੀਹੀ ਅਸੀਂ ਨਾਂ ਦੇ ਨਹੀਂ ਹੁੰਦੇ, ਮਸੀਹੀ ਅਸੀਂ ਵਿਸ਼ਵਾਸ ਅਤੇ ਕੰਮਾਂ ਦੇ ਹੁੰਦੇ ਹਾਂ। ਅਤੇ ਮਸੀਹੀ ਦਾ ਮਤਲਬ ਇਹ ਹੈ ਕਿ ਜੋ ਮਸੀਹ ਦੇ ਪਿੱਛੇ ਚੱਲਦਾ ਹੈ, ਨਾ ਕਿ ਉਹ ਕੋਈ ਜਿਹਦਾ ਮਸੀਹ ਦੇ ਵਿੱਚ ਜਨਮ ਹੋਇਆ ਹੋਵੇਗਾ ਸ਼ਾਇਦ, ਜਾਂ ਕੋਈ ਉਹ ਕੁਛ ਉਹਨੂੰ ਕੋਈ ਸਪੈਸ਼ਲ ਸਿੱਖਿਆ ਮਿਲੀ ਹੋਊਗੀ, ਨਹੀਂ। ਪ੍ਰਭੂ ਦੇ ਕੋਲ ਜਿਹੜਾ ਆਉਂਦਾ ਹੈ, ਪ੍ਰਭੂ ਤੋਂ ਆ ਕੇ ਜੋ ਤੌਬਾ ਕਰਦਾ ਹੈ, ਪ੍ਰਭੂ 'ਤੇ ਵਿਸ਼ਵਾਸ ਕਰਦਾ ਹੈ, ਆਪਣੇ ਪਾਪਾਂ ਤੋਂ ਮੁੜਦਾ ਹੈ,
ਤੇ ਆਪਣੇ ਆਪ ਨੂੰ ਗੁਨਾਹਗਾਰ ਕਹਿੰਦਾ ਹੈ ਤੇ ਪ੍ਰਭੂ ਦੇ ਕੋਲ ਆ ਕੇ ਮਾਫੀ ਮੰਗਦਾ ਹੈ, ਉਹ ਹੀ ਮਸੀਹ ਬਣਦਾ ਹੈ। ਕਿਉਂਕਿ ਬਾਈਬਲ ਸਾਨੂੰ ਕਹਿੰਦੀ ਹੈ, ਜੇ ਤੁਸੀਂ ਆਪਣੇ ਮੂੰਹ ਨਾਲ ਇਕਰਾਰ ਕਰਦੇ ਹੋ ਅਤੇ ਆਪਣੇ ਦਿਲਾਂ ਦੇ ਵਿੱਚ ਇਕਰਾਰ ਕਰਦੇ ਹੋ ਕਿ ਪ੍ਰਭੂ ਯਿਸੂ ਮਸੀਹ ਵਾਕਈ ਸਾਡੇ ਲਈ ਜ਼ਿੰਦਾ ਹੋ ਗਿਆ, ਸਾਡੇ ਪਾਪਾਂ ਲਈ ਉਹ ਮਾਰਿਆ ਗਿਆ, ਅਸੀਂ ਬਚਾਏ ਜਾਵਾਂਗੇ। ਅਤੇ ਫਿਰ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਦਾ ਜੋ ਸਮਾਂ ਹੈ, ਜਾਂ ਜਿੰਨਾ ਵੀ ਸਮਾਂ ਹੈ ਮਸੀਹ ਦੇ ਆਉਣ ਤੋਂ ਪਹਿਲਾਂ ਜਾਂ ਮਸੀਹ ਦੇ ਆਉਣ ਤੋਂ ਬਾਅਦ, ਜਿਨ੍ਹਾਂ ਲੋਕਾਂ ਦਾ ਪ੍ਰਭੂ 'ਤੇ ਭਰੋਸਾ ਸੀ ਉਹ ਤਾਂ ਪ੍ਰਭੂ ਨਾਲ ਚੱਲਦੇ ਰਹੇ, ਕਿਉਂਕਿ ਪ੍ਰਭੂ ਨੇ ਉਹਨਾਂ ਦੇ ਦਿਲਾਂ ਨੂੰ ਚੇਂਜ ਕਰ ਦਿੱਤਾ ਸੀਗਾ। ਪਰ ਜਿਹੜੇ ਪਾਪ ਵਿੱਚ ਫਸੇ ਹਨ, ਉਹ ਨਾ ਤਾਂ ਪ੍ਰਭੂ ਦੀਆਂ ਗੱਲਾਂ ਨੂੰ ਸਮਝ ਸਕਦੇ ਹਨ ਅਤੇ ਨਾ ਹੀ ਉਹ ਪ੍ਰਭੂ ਨਾਲ ਚੱਲ ਸਕਦੇ ਹਨ। ਹੁਣ ਸਾਡੇ ਵਿੱਚੋਂ ਵੀ ਕਿੰਨੇ ਲੋਕ ਸੀ ਜੋ ਕਿ ਪ੍ਰਭੂ ਦੀਆਂ ਗੱਲਾਂ ਨੂੰ ਨਹੀਂ ਸੀ ਸਮਝਦੇ, ਪ੍ਰਭੂ ਤੋਂ ਦੂਰ ਭੱਜਦੇ ਸੀ। ਹਾਲਾਂਕਿ ਕਲੀਸਿਆ 'ਚ ਜਾਂਦੇ ਸੀ, ਵਚਨ ਸੁਣਦੇ ਸੀ, ਪਰ ਪ੍ਰਭੂ ਦੇ ਦਿਲਾਂ, ਪ੍ਰਭੂ ਦੀਆਂ ਗੱਲਾਂ ਤੋਂ ਅਸੀਂ ਬਹੁਤ ਦੂਰ ਸੀ, ਸਾਡੇ ਦਿਲ ਬਹੁਤ ਦੂਰ ਜ਼ਿਆਦਾ ਸੀਗੇ ਪ੍ਰਭੂ ਤੋਂ। ਪਰ ਹੁਣ ਸਾਡੇ ਪ੍ਰਭੂ ਦੇ ਨਾਲ ਆਪਣੇ ਜਿਹੜੇ ਸਾਡੇ ਦਿਲ ਹਨ ਉਹ ਜੁੜ ਗਏ ਹਨ। ਇਹ ਕਿੱਦਾਂ ਹੋਇਆ? ਅਸੀਂ ਅਫਸੀਆਂ ਦੇ ਖੱਤ 'ਚ ਪੜ੍ਹਦੇ ਹਾਂ, ਉਹਦਾ ਦੂਜਾ ਅਧਿਆਇ, ਕਿ ਅਸੀਂ ਪਾਪਾਂ 'ਚ ਮੁਰਦਾ ਸੀ ਪਰ ਪ੍ਰਭੂ ਨੇ ਸਾਨੂੰ ਜਿੰਦਾ ਕਰ ਦਿੱਤਾ। ਇਸ ਕਰਕੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਕੰਮਾਂ ਤੋਂ ਬਚਾਏ ਨਹੀਂ ਜਾਂਦੇ, ਅਸੀਂ ਕਦੀ ਕੰਮਾਂ ਤੋਂ ਬਚ ਹੀ ਨਹੀਂ ਸਕਦੇ, ਅਸੀਂ ਕਦੀ ਵੀ ਮਾਫੀ ਹਾਸਲ ਕਰ ਨਹੀਂ ਸਕਦੇ, ਅਸੀਂ ਆਪਣੇ ਆਪ ਨੂੰ ਪਾਕ ਤੇ ਸ਼ੁੱਧ ਨਹੀਂ ਕਰ ਸਕਦੇ ਜਦ ਤੱਕ ਪ੍ਰਭੂ ਸਾਨੂੰ ਜਿੰਦਾ ਨਹੀਂ ਕਰ ਦਿੰਦਾ, ਜਦ ਤੱਕ ਉਹ ਆਤਮਿਕ ਤੌਰ 'ਤੇ ਸਾਨੂੰ ਜਿੰਦਾ ਨਹੀਂ ਕਰ ਦਿੰਦਾ, ਸਾਡੀਆਂ ਆਤਮਿਕ ਅੱਖਾਂ ਨਹੀਂ ਖੁੱਲ੍ਹਦੀਆਂ ਤਦ ਤੱਕ ਅਸੀਂ ਪ੍ਰਭੂ 'ਤੇ ਭਰੋਸਾ ਨਹੀਂ ਕਰ ਸਕਦੇ। ਨਾ ਹੀ ਅਸੀਂ ਦੇਖ ਸਕਦੇ ਹਾਂ, ਨਾ ਹੀ ਅਸੀਂ ਕੁਝ ਸੁਣ ਸਕਦੇ ਹਾਂ। ਪਰ ਜਦੋਂ ਅਸੀਂ ਦੇਖਣ ਲੱਗ ਪਏ, ਸੁਣਨ ਲੱਗ ਪਏ, ਉਦੋਂ ਪ੍ਰਭੂ 'ਤੇ ਅਸੀਂ ਭਰੋਸਾ ਕਰਨ ਲੱਗ ਪਏ। ਅਤੇ ਜਿਹੜਾ ਇਨਸਾਨ ਪ੍ਰਭੂ ਤੋਂ ਦੂਰ ਹੈ ਉਹ ਵੀ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦਾ। ਅਤੇ ਅੱਜ ਸਾਨੂੰ ਵੀ ਆਪਣੇ ਦਿਲਾਂ ਨੂੰ ਦੇਖਣ ਦੀ ਲੋੜ ਹੈ, ਸੋਚਣ ਦੀ ਲੋੜ ਹੈ ਕਿ ਕੀ ਅਸੀਂ ਪ੍ਰਭੂ ਦੇ ਨਾਲ ਜੁੜੇ ਹੋਏ ਹਾਂ ਜਾਂ ਨਹੀਂ। ਅਤੇ ਫਿਰ ਅਸੀਂ ਦੇਖਦੇ ਹਾਂ, ਉਹ ਕਹਿੰਦਾ ਹੈ ਕਿ ਜਿਹੜਾ ਪ੍ਰਭੂ ਨਾਲ ਜੁੜਿਆ ਹੈ ਉਹ ਸਾਡਾ ਮਸੀਹ ਭਾਈ ਭੈਣ ਹੈ, ਅਸੀਂ ਉਹਨਾਂ ਨੂੰ ਅਗਾਹ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਵਚਨ 'ਚੋਂ ਦੱਸ ਸਕਦੇ ਹਾਂ। ਅਤੇ ਅੱਜ ਕੱਲ੍ਹ ਜੇ ਦੇਖਿਆ ਜਾਵੇ, ਜਾਂ ਰਸੂਲਾਂ ਦੇ ਸਮੇਂ ਵੀ ਦੇਖਿਆ ਜਾਵੇ, ਈਵਨ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਚਰਚ ਦੇ ਵਿੱਚ, ਕਲੀਸਿਆ ਦੇ ਵਿੱਚ ਇੱਕ ਤਾਂ ਭੇਡਾਂ ਹੋਣਗੀਆਂ, ਇੱਕ ਤਾਂ ਬੱਕਰੀਆਂ ਹੋਣਗੀਆਂ। ਇਹ ਮੈਟਾਫੋਰ ਹੈ, ਇੱਕ ਉਦਾਹਰਨ ਦੇ ਤੌਰ 'ਤੇ ਗੱਲ ਕਰਦਾ ਹੈ। ਇਹ ਕੋਈ ਅਸਲੀ ਦੀ ਭੇਡ ਨਹੀਂ ਹੈ ਜਾਂ ਕੋਈ ਅਸਲੀ ਦੀ ਬੱਕਰੀ ਨਹੀਂ ਹੈ, ਪਰ ਉਹ ਇੱਕ ਉਦਾਹਰਨ ਦਿੰਦਾ ਹੈ ਇਹਨਾਂ ਦੋ ਜਾਨਵਰਾਂ ਦੀ। ਜਿਹੜੀਆਂ ਬੱਕਰੀਆਂ ਹਨ ਉਹ ਕੀ ਨਾਸ਼ ਹੁੰਦੀਆਂ ਹਨ, ਜਿਹੜੀਆਂ ਭੇਡਾਂ ਹਨ ਉਹ ਬਚਾਈਆਂ ਜਾਂਦੀਆਂ ਹਨ। ਇਹ ਇੱਕ ਮੈਟਾਫੋਰ ਪ੍ਰਭੂ ਯਿਸੂ ਮਸੀਹ ਯੂਜ਼ ਕਰਦਾ ਹੈ। ਉਹ ਕਹਿੰਦਾ ਹੈ, ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ, ਉਹ ਮੇਰੇ ਪਿੱਛੇ ਚੱਲਦੀਆਂ ਹਨ। ਅਤੇ ਚਰਚਾਂ ਦੇ ਵਿੱਚ, ਕਲੀਸਿਆਵਾਂ ਦੇ ਵਿੱਚ ਵੀ ਇੱਦਾਂ ਦੇ ਲੋਕ ਹਨ ਜੋ ਸ਼ਾਇਦ ਤੁਹਾਨੂੰ ਲੱਗਣ ਉਹ ਮਸੀਹ ਹਨ, ਪਰ ਉਹ ਮਸੀਹ ਨਹੀਂ ਹੁੰਦੇ। ਸ਼ਾਇਦ ਤੁਸੀਂ ਵੀ ਉਹਨਾਂ ਲੋਕਾਂ ਵਿੱਚੋਂ ਹੋਵੇ, ਮੈਨੂੰ ਇਹ ਨਹੀਂ ਪਤਾ। ਪਰ ਮੈਂ ਇਹ ਕਹਿ ਸਕਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ, ਜਿਵੇਂ ਕਿ ਉਹ ਇੱਕ ਕਹਾਵਤ ਵੀ ਦੱਸਦਾ ਹੈ, ਮੱਤੀ ਦੀ ਇੰਜੀਲ ਉਹਦਾ 13 ਅਧਿਆਇ, ਉਹ ਕਹਿੰਦਾ ਹੈ ਕਿ ਜਿਹੜੀ ਇੱਕ ਕਣਕ ਹੁੰਦੀ ਹੈ ਉਹ ਛਿੱਟਿਆਂ ਦੇ ਨਾਲ ਪੈਦਾ ਹੁੰਦੀ ਹੈ। ਅਤੇ ਕੋਈ ਵੀ ਜਿਹੜਾ ਕਿਸਾਨ ਹੁੰਦਾ ਹੈ ਉਹ ਇੱਕਦਮ ਛਿੱਟਿਆਂ ਨੂੰ ਕਣਕ ਤੋਂ ਦੂਰ ਨਹੀਂ ਕਰਦਾ। ਪਰ ਜਦੋਂ ਵਿਸਾਖੀ ਆਉਂਦੀ ਹੈ, ਜਦੋਂ ਉਹ ਆਉਂਦਾ ਹੈ ਸਮਾਂ ਕਣਕ ਕੱਟਣ ਦਾ, ਉਦੋਂ ਕੀ ਹੁੰਦਾ ਹੈ, ਉਹ ਤੂੜੀ ਨੂੰ ਕਣਕ ਤੋਂ ਅਲੱਗ ਕਰ ਦਿੰਦੇ ਹਨ। ਅਤੇ ਜਿੰਨੇ ਹੋਰ ਪੌਦੇ ਉੱਗੇ ਹੁੰਦੇ ਹਨ ਕਣਕ ਦੇ ਨਾਲ, ਜਿਹੜੇ ਜ਼ਰੂਰੀ ਨਹੀਂ ਹੁੰਦੇ, ਉਹਨਾਂ ਨੂੰ ਕੀ ਉਹ ਦੂਰ ਕਰ ਦਿੰਦੇ ਹਨ। ਅਤੇ ਕਲੀਸਿਆ ਦੇ ਵਿੱਚ ਵੀ ਇੱਦਾਂ ਹੀ ਹੈ, ਇੱਕ ਚੰਗੀ ਕਣਕ ਹੈ ਅਤੇ ਇੱਕ ਛਿੱਟੇ ਹਨ, ਜਾਂ ਕੋਈ ਇੱਦਾਂ ਦੇ ਪਲਾਂਟ ਹਨ, ਪੌਦੇ ਹਨ ਜਿਹੜੇ ਕਿ ਪ੍ਰਭੂ ਨੇ ਨਹੀਂ ਉਗਾਏ, ਪਰ ਉਹ ਕਲੀਸਿਆ 'ਚ ਪਾਏ ਜਾਂਦੇ ਹਨ। ਅਤੇ ਜਦੋਂ ਪ੍ਰਭੂ ਯਿਸੂ ਮਸੀਹ ਆਵੇਗਾ ਅਤੇ ਉਹ ਇਹਨਾਂ ਦੋਨਾਂ ਨੂੰ ਕੀ ਦੂਰ ਕਰ ਦੇਵੇਗਾ। ਪ੍ਰਭੂ ਆਪਣੇ ਲੋਕਾਂ ਨੂੰ ਅਲੱਗ ਕਰ ਦੇਵੇਗਾ, ਅਤੇ ਕਲੀਸਿਆ ਦੇ ਵਿੱਚ ਜਿਹੜੇ ਲੋਕ ਬਚੇ ਨਹੀਂ ਹੋਏ, ਜਿਹੜੇ ਪਤਾ ਨਹੀਂ ਕਿਉਂ ਕਲੀਸਿਆ 'ਚ ਹਨ, ਸ਼ਾਇਦ ਉਹ ਕੰਟਰੋਲ ਕਰਨਾ ਚਾਹੁੰਦੇ ਹਨ ਚਰਚਾਂ ਨੂੰ, ਜਾਂ ਉਹ ਆਪਣੇ ਆਪ ਨੂੰ ਬਿਹਤਰ ਦਿਖਾਉਣਾ ਚਾਹੁੰਦੇ ਹਨ, ਜੋ ਵੀ ਲੋਕ ਹਨ, ਪ੍ਰਭੂ ਉਹਨਾਂ ਨੂੰ ਆਪਣੇ ਤੋਂ ਦੂਰ ਕਰ ਦੇਵੇਗਾ। ਇਸ ਕਰਕੇ ਸਾਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਅਸੀਂ ਵਾਕਈ ਹੀ ਮਸੀਹੀ ਲੋਕ ਹਾਂ, ਕੀ ਸਾਡੇ ਦਿਲ ਵਾਕਈ ਹੀ ਚੇਂਜ ਹੋਏ ਹਨ ਜਾਂ ਨਹੀਂ। ਜੇ ਨਹੀਂ, ਤਾਂ ਫਿਰ ਪ੍ਰਭੂ ਯਿਸੂ ਮਸੀਹ ਸਾਡੇ ਨਾਲ ਨਹੀਂ ਖੜ੍ਹਾ ਹੋਵੇਗਾ ਜਜਮੈਂਟ ਵਾਲੇ ਦਿਨ, ਨਿਆਏ ਵਾਲੇ ਦਿਨ। ਪ੍ਰਭੂ ਯਿਸੂ ਮਸੀਹ ਸਾਡੇ ਨਾਲ ਨਹੀਂ ਖੜ੍ਹਾ ਹੋਵੇਗਾ। ਜੇ ਅਸੀਂ ਪ੍ਰਭੂ 'ਤੇ ਵਿਸ਼ਵਾਸ ਕਰਦੇ ਹਾਂ, ਸਾਡੇ ਮਨ ਸਹੀ ਹਨ, ਅਸੀਂ ਕਲੀਸਿਆ 'ਚ ਆਉਂਦੇ ਹਾਂ, ਸਾਡੀ ਸੋਚ ਇੱਕ ਚੰਗੀ ਹੈ, ਅਸੀਂ ਦੂਜੇ ਲੋਕਾਂ ਨੂੰ ਕਦਰ ਕਰਦੇ ਹਾਂ, ਉਹਨਾਂ ਦੀ ਕਦਰ ਕਰਦੇ ਹਾਂ, ਜਾਂ ਪ੍ਰਭੂ ਦੇ ਵਚਨ ਦੇ ਪਿੱਛੇ ਚੱਲਦੇ ਹਾਂ,
ਤੇ ਪ੍ਰਭੂ ਫਿਰ ਸਾਡੇ ਨਾਲ ਕੰਮ ਕਰਦਾ ਹੈ, ਸਾਡੇ ਅੰਦਰ, ਸਾਡੀ ਜ਼ਿੰਦਗੀਆਂ 'ਚ ਉਹ ਕੰਮ ਕਰਦਾ ਹੈ। ਇਸ ਕਰਕੇ ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ ਕਿ ਸਾਡੇ ਕਲੀਸਿਆਂ ਦੇ ਵਿੱਚ ਜਿੰਨੇ ਲੋਕ ਆਉਣ ਉਹ ਪ੍ਰਭੂ ਦੇ ਨਾਲ ਜੁੜੇ ਰਹਿਣ, ਉਹ ਆਪਣੇ ਕੋਈ ਸੋਚ ਲੈ ਕੇ ਨਾ ਆਉਣ, ਪ੍ਰਭੂ ਦੀ ਸੋਚ ਦੇ ਵਿੱਚ ਉਹ ਚੱਲਣ। ਤੇ ਦੇਖਿਆ ਜਾਵੇ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕੂਚ ਦੀ ਕਿਤਾਬ ਦੇ ਵਿੱਚ ਵੀ, ਹੁਣ ਕੂਚ ਦੀ ਕਿਤਾਬ 'ਚ ਜਦੋਂ ਇਜ਼ਰਾਈਲੀ ਲੋਕ ਮਿਸਰ 'ਚੋਂ ਨਿਕਲੇ ਤੇ ਸਾਨੂੰ ਲੱਗਦਾ ਹੈ ਕਿ ਸਾਰੇ ਉਹ ਬਚੇ ਹੋਣਗੇ, ਪਰ ਫਿਰ ਜਦੋਂ ਉਹਨਾਂ ਨੇ ਸਮੁੰਦਰ ਨੂੰ ਪਾਰ ਕੀਤਾ ਤੇ ਉਦੋਂ ਸਾਨੂੰ ਪਤਾ ਲੱਗਣ ਲੱਗ ਪਿਆ ਕਿ ਕਿੰਨੇ ਲੋਕ ਸੀ ਜੋ ਕਿ ਪ੍ਰਭੂ ਨੂੰ ਨਹੀਂ ਸਮਝਦੇ ਸੀ, ਨਾ ਉਹ ਪ੍ਰਭੂ ਦੀਆਂ ਗੱਲਾਂ ਨੂੰ ਮੰਨਣਾ ਚਾਹੁੰਦੇ ਸੀ। ਤੇ ਚਰਚ ਦੇ ਵੀ ਇੱਕ ਇੱਦਾਂ ਦਾ ਹੀ ਹੁੰਦਾ ਹੈ ਕਿ ਚਰਚ ਦੇ ਵਿੱਚ ਜੋ ਕਲੀਸਿਆ ਹੈ ਉਹਨਾਂ ਵਿੱਚ ਕਈ ਬੰਦੇ ਹੁੰਦੇ ਹਨ ਜੋ ਪ੍ਰਭੂ ਦੇ ਨਾਲ ਚੱਲਦੇ ਹਨ, ਪਰ ਉਹਨਾਂ 'ਚ ਕਈ ਬੰਦੇ, ਔਰਤਾਂ ਇੱਦਾਂ ਦੀਆਂ ਵੀ ਹੁੰਦੀਆਂ ਹਨ ਜੋ ਪ੍ਰਭੂ ਦੇ ਨਾਲ ਨਹੀਂ ਚੱਲਦੀਆਂ, ਉਹ ਸਿਰਫ ਆਪਣੇ ਆਪ ਨੂੰ ਬਿਹਤਰ ਦਿਖਾਉਣਾ ਚਾਹੁੰਦੇ ਹਨ, ਆਪਣੀ ਮਰਜ਼ੀ ਕਰਾਉਣਾ ਚਾਹੁੰਦੇ ਹੁੰਦੇ ਹਨ। ਇਸ ਕਰਕੇ ਪ੍ਰਭੂ ਉਹਨਾਂ ਦੇ ਵਿੱਚ ਕੰਮ ਨਹੀਂ ਕਰਦਾ, ਹਾਲਾਂਕਿ ਉਹ ਬਾਹਰੋਂ ਮਸੀਹ ਲੱਗਣ ਪਰ ਅੰਦਰੋਂ ਮਸੀਹ ਨਹੀਂ ਹੁੰਦੇ। ਤੇ ਇਹ ਕਿੰਨਾ ਸਾਨੂੰ ਸੋਚਣ ਦੀ ਲੋੜ ਹੈ। ਬਾਈਬਲ 'ਚ ਇਹ ਉਦਾਹਰਨਾਂ ਸਾਨੂੰ ਦਿੱਤੀਆਂ ਗਈਆਂ ਹਨ ਸਾਡੇ ਭਲੇ ਲਈ, ਤਾਂ ਕਿ ਅਸੀਂ ਆਪਣੇ ਆਪ ਨੂੰ ਜਾਂਚ ਸਕੀਏ ਤੇ ਪ੍ਰਭੂ ਦੇ ਨਾਲ ਚੱਲ ਸਕੀਏ। ਕਿਉਂਕਿ ਟਾਈਮ ਬੁਰੇ ਹਨ ਤੇ ਸਾਡਾ ਜੋ ਇੱਕ ਸ਼ਤਰੂ ਹੈ ਸ਼ੈਤਾਨ, ਉਹ ਵੀ ਸਾਡੇ ਤੇ ਹਾਵੀ ਹੁੰਦਾ ਹੈ। ਜਿਹੜਾ ਕੋਈ ਮਸੀਹ ਦੇ ਨਾਲ ਨਹੀਂ ਚੱਲਦਾ ਉਹ ਤਾਂ ਸ਼ੈਤਾਨ ਦੇ ਹੱਕ ਵਿੱਚ ਹੈ, ਜਿਹੜਾ ਮਸੀਹ ਦੇ ਵਿੱਚ ਚੱਲਦਾ ਹੈ ਉਹਨੂੰ ਸ਼ੈਤਾਨ ਨਫ਼ਰਤ ਕਰਦਾ ਹੈ। ਇਸ ਕਰਕੇ ਸਾਨੂੰ ਇਹਨਾਂ ਗੱਲਾਂ ਨੂੰ ਜਾਣਨ ਦੀ ਲੋੜ ਹੈ। ਇਸ ਕਰਕੇ ਪ੍ਰਭੂ ਦਾ ਤਿਰਸਕਾਰ ਨਹੀਂ ਕਰਨਾ ਚਾਹੀਦਾ, ਸਾਨੂੰ ਪ੍ਰਭੂ ਦੀਆਂ ਗੱਲਾਂ ਨੂੰ ਮੰਨਣਾ ਚਾਹੀਦਾ ਹੈ। ਤੇ ਜੇ ਮਸੀਹੀ, ਕਈ ਲੋਕ ਝੂਠੇ ਮਸੀਹ ਹਨ, ਕਈ ਪਾਸਟਰ ਝੂਠੇ ਹਨ। ਹੁਣ ਅੱਜ ਕੱਲ੍ਹ ਮੈਂ ਬਾਰ-ਬਾਰ ਕਹਿੰਦਾ ਹਾਂ, ਜਿੰਨੇ ਅਪੋਸਲ ਆਪਣੇ ਆਪ ਨੂੰ ਅਪੋਸਲ ਕਹਿੰਦੇ ਹਨ, ਉਹਨਾਂ ਨੂੰ ਆਪਣੇ ਆਪ ਨੂੰ ਅਪੋਸਲ ਨਹੀਂ ਕਹਿਣਾ ਚਾਹੀਦਾ। ਕਿਉਂਕਿ ਜਦੋਂ ਰਸੂਲ ਯਹੂਨਾ ਮਰ ਗਿਆ 95 AD ਦੇ ਵਿੱਚ, ਉਸ ਤੋਂ ਬਾਅਦ ਕੋਈ ਵੀ ਰਸੂਲ ਨਹੀਂ ਬਣਿਆ। ਪ੍ਰਭੂ ਯਿਸੂ ਮਸੀਹ ਨੇ ਸਿਰਫ 12 ਨੂੰ ਬੁਲਾਇਆ ਸੀ, ਉਸ ਤੋਂ ਬਾਅਦ ਪੌਲੁਸ ਨੂੰ ਬੁਲਾਇਆ। ਜਦੋਂ ਯਹੂਦਾ ਨੇ ਆਪਣੇ ਆਪ ਨੂੰ ਮਾਰ ਲਿਆ, ਪ੍ਰਭੂ ਨੇ ਪੌਲੁਸ ਨੂੰ ਬੁਲਾਇਆ। ਇਸ ਕਰਕੇ ਹੁਣ ਕੋਈ ਅਪੋਸਲ ਨਹੀਂ ਹਨ। ਜੇ ਅੱਜ ਕੱਲ੍ਹ ਤੁਸੀਂ ਅਪੋਸਲਾਂ ਕੋਲ ਜਾਂਦੇ ਹੋ, ਤੁਸੀਂ ਵੀ ਗਲਤ ਹੋ, ਤੁਹਾਨੂੰ ਉਹਨਾਂ ਕੋਲ ਨਹੀਂ ਜਾਣਾ ਚਾਹੀਦਾ, ਕਿਉਂਕਿ ਉਹ ਗਲਤ ਹਨ, ਉਹ ਪ੍ਰਭੂ ਦੇ ਸੱਦੇ ਹੋਏ ਪ੍ਰਚਾਰਕ ਨਹੀਂ ਹਨ। ਹਾਲਾਂਕਿ ਉਹ ਬਾਹਰੋਂ ਤਾਂ ਬਹੁਤ ਵਧੀਆ ਲੱਗਦੇ ਹੋਣਗੇ ਤੁਹਾਨੂੰ, ਚਾਹੇ ਉਹਨਾਂ ਦੀਆਂ ਗੱਲਾਂ ਤੁਹਾਨੂੰ ਬਹੁਤ ਵਧੀਆ ਲੱਗਦੀਆਂ ਹੋਣਗੀਆਂ, ਪਰ ਉਹ ਪ੍ਰਭੂ ਦਾ ਵਚਨ ਨਹੀਂ ਸੁਣਾਉਂਦੇ। ਹਾਲਾਂਕਿ ਉਹ ਬਾਈਬਲ ਖੋਲ੍ਹਦੇ ਹਨ, ਪਰ ਉਹ ਬਾਈਬਲ ਤੋਂ ਦੂਰ ਹਨ। ਇਸ ਕਰਕੇ ਸ਼ੈਤਾਨੀ ਕੰਮਾਂ 'ਚ ਨਾ ਪਵੋ, ਨਾ ਆਪਣੇ ਆਪ ਨੂੰ ਭਰਮਾਵੋ। ਇਸ ਕਰਕੇ ਆਪਣੀਆਂ ਅੱਖਾਂ ਨੂੰ ਖੋਲ੍ਹੋ, ਪ੍ਰਭੂ ਦੇ ਵਚਨਾਂ ਨੂੰ ਸੁਣੋ, ਪ੍ਰਭੂ ਦੀ ਗੱਲ ਨੂੰ ਸੁਣੋ, ਪ੍ਰਭੂ ਕੀ ਕਹਿੰਦਾ ਹੈ। ਤੇ ਪ੍ਰਭੂ ਕਹਿੰਦਾ ਹੈ ਕਿ ਜਿਹੜਾ ਇੱਕ ਮੇਰੇ ਵਿੱਚ ਹੈ ਉਹ ਆਪਣੇ ਆਪ ਨੂੰ ਮੇਰੇ ਪਿੱਛੇ ਲਾਉਂਦਾ ਹੈ। ਅਸੀਂ ਮਰਕੁਸ ਦੀ ਇੰਜੀਲ 'ਚ ਵੀ ਪੜ੍ਹਦੇ ਹਾਂ, ਉਹਦਾ 8 ਅਧਿਆਏ 34 ਆਇਤ ਤੋਂ ਲੈ ਕੇ 36 ਆਇਤ ਤੱਕ, ਕਿ ਪ੍ਰਭੂ ਕਹਿੰਦਾ ਕਿ ਜਿਹੜਾ ਕੋਈ ਮੇਰੇ ਪਿੱਛੇ ਆਉਂਦਾ ਹੈ ਆਪਣੀ ਸਲੀਬ ਨੂੰ ਚੁੱਕੇ ਤੇ ਮੇਰੀ ਪਿੱਛੇ ਚੱਲੇ। ਸਲੀਬ ਚੱਕਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਆਪਣੀ ਗਲਾਂ ਵਿੱਚ ਕ੍ਰਾਸ ਪਾ ਦੇਵੇ। ਉਹ ਸਲੀਬ ਦਾ ਮਤਲਬ ਇਹ ਹੈ ਕਿ ਹਾਲਾਂਕਿ ਦੁਨੀਆ 'ਚ ਕਿੰਨੀਆਂ ਕਠਿਨਾਈਆਂ ਆਉਣ, ਪਰ ਅਸੀਂ ਪ੍ਰਭੂ ਦੇ ਨਾਲ ਚੱਲਦੇ ਰਹੀਏ। ਸਲੀਬ ਦਾ ਮਤਲਬ ਇਹ ਹੈ। ਤੇ ਉਹ ਕਹਿੰਦਾ ਹੈ ਕਿ ਜਿਹੜਾ ਮੇਰੇ ਲਈ ਆਪਣੀ ਜ਼ਿੰਦਗੀ ਨੂੰ ਗਵਾਉਂਦਾ ਹੈ ਉਹ ਮੁਕਤੀ ਨੂੰ ਪਾਉਂਦਾ ਹੈ। ਕਿਉਂਕਿ ਸਾਨੂੰ ਕੀ ਫਾਇਦਾ ਹੋਵੇਗਾ ਜੇ ਅਸੀਂ ਆਪਣੀ ਆਤਮਾ ਨੂੰ ਤਾਂ ਗਵਾ ਲਿਆ, ਹਾਲਾਂਕਿ ਅਸੀਂ ਸਾਰਾ ਜਹਾਨ ਜਿੱਤ ਲਿਆ, ਪਰ ਅਸੀਂ ਆਪਣੀ ਆਤਮਾ ਨੂੰ ਗਵਾ ਲਿਆ। ਇਸ ਕਰਕੇ ਜਿਹੜੇ ਮਸੀਹ ਲੋਕ ਹਨ ਉਹ ਸੰਸਾਰ ਦੇ ਪਿੱਛੇ ਨਹੀਂ ਜਾਂਦੇ, ਪਰ ਉਹ ਪ੍ਰਭੂ ਦੇ ਪਿੱਛੇ ਚੱਲਦੇ ਹਨ। ਤੇ ਪੁੱਛਣ ਦੀ ਗੱਲ ਇਹ ਹੈ ਕਿ ਤੁਸੀਂ ਮਸੀਹ ਨੂੰ ਪ੍ਰੇਮ ਕਰਦੇ ਹੋ ਜਾਂ ਨਹੀਂ, ਤੁਸੀਂ ਮਸੀਹ ਦੇ ਪਿੱਛੇ ਚੱਲਦੇ ਹੋ ਜਾਂ ਨਹੀਂ, ਤੁਸੀਂ ਮਸੀਹ ਦਾ ਆਦਰ ਕਰਦੇ ਹੋ ਜਾਂ ਨਹੀਂ। ਚਾਹੇ ਤੁਹਾਡੀ ਜ਼ਿੰਦਗੀ 'ਚ ਤਕਲੀਫਾਂ ਹਨ, ਕੀ ਤੁਸੀਂ ਪ੍ਰਭੂ ਦੇ ਪਿੱਛੇ ਹੋ। ਦੂਜੀ ਗੱਲ ਅਸੀਂ ਦਿੰਦੇ ਹਾਂ, ਉਹ ਕਹਿੰਦਾ ਹੈ ਕਿ ਤੁਸੀਂ ਮਸੀਹ ਦੀ ਤਾਕਤ ਵਿੱਚ ਬਣੇ ਰਹੋ। ਉਹਦਾ ਮਤਲਬ ਇਹ ਹੈ, ਜੇ ਅਸੀਂ ਗ੍ਰੀਕ ਵਰਡ ਦੇਖੀਏ, ਉਹਦਾ ਮਤਲਬ ਇਹ ਹੈ ਕਿ ਤੁਸੀਂ ਪ੍ਰਭੂ ਦੀ ਤਾਕਤ ਨਾਲ ਭਰ ਜਾਓ। ਕੋਈ ਵੀ ਮਸੀਹ ਜਿਹੜਾ ਹੈ ਉਹ ਆਪਣੀ ਤਾਕਤ ਦੇ ਨਾਲ ਨਹੀਂ ਮਸੀਹੀ ਜੀਵਨ ਜੀ ਸਕਦਾ। ਉਹਨੂੰ ਪ੍ਰਭੂ ਦੀ ਤਾਕਤ ਚਾਹੀਦੀ ਹੈ, ਪਵਿੱਤਰ ਆਤਮਾ ਉਸ ਨੂੰ ਚਾਹੀਦਾ ਹੈ। ਬਿਨਾਂ ਪਵਿੱਤਰ ਆਤਮਾ ਤੋਂ ਅਸੀਂ ਮਸੀਹੀ ਜੀਵਨ ਨਹੀਂ ਜੀ ਸਕਦੇ। ਤੇ ਉਹ ਕਹਿੰਦਾ ਹੈ ਕਿ ਤੁਸੀਂ ਖੜੇ ਰਹੋ ਆਤਮਿਕ ਜਿਹੜਾ ਸਾਡਾ ਜੀਵਨ ਹੈ, ਜੇ ਅਸੀਂ ਉਹਦੇ ਵਿੱਚ ਸਥਿਰ ਹਾਂ, ਸਾਡਾ ਸਰੀਰਕ ਜੀਵਨ ਵੀ ਸਥਿਰ ਹੋਵੇਗਾ। ਜੇ ਅਸੀਂ ਆਤਮਾ ਨਾਲ ਭਰੇ ਹਾਂ, ਅਸੀਂ ਪਾਪ 'ਚ ਨਹੀਂ ਫਸਾਂਗੇ। ਜੇ ਅਸੀਂ ਆਤਮਾ 'ਚ ਭਰੇ ਹਾਂ, ਅਸੀਂ ਪ੍ਰਭੂ ਦਾ ਆਦਰ ਕਰਾਂਗੇ। ਜੇ ਅਸੀਂ ਆਤਮਾ 'ਚ ਭਰੇ ਹਾਂ, ਅਸੀਂ
ਚੰਗੇ ਹਸਬੈਂਡ ਚੰਗੇ ਵਾਈਫਸ ਬਣਾਂਗੇ, ਅਸੀਂ ਚੰਗੇ ਪੇਰੈਂਟਸ ਚੰਗੇ ਚਿਲਡਰਨ ਬਣਾਂਗੇ, ਅਸੀਂ ਚੰਗੇ ਕੰਮ ਕਰਨ ਵਾਲੇ ਬਣਾਂਗੇ, ਸਾਡਾ ਇੱਕ ਜੀਵਨ ਜਿਹੜਾ ਹੈ ਉਹ ਚੰਗੀ ਤਰ੍ਹਾਂ ਢਾਲਿਆ ਹੋਵੇਗਾ ਪ੍ਰਭੂ ਦੀ ਮਹਿਮਾ ਲਈ। ਉਹ ਕਹਿੰਦਾ ਹੈ ਫਿਰ ਵੀ ਤੁਸੀਂ ਪ੍ਰਭੂ ਦੀ ਤਾਕਤ ਨਾਲ ਭਰ ਜਾਵੋ। ਮਸੀਹੀ ਜੀਵਨ ਜਿਹੜਾ ਤਗੜਾ ਹੈ ਉਹ ਆਪਣੇ ਆਪ ਵਿੱਚ ਤਗੜਾ ਨਹੀਂ ਹੁੰਦਾ। ਜਿਹੜਾ ਇੱਕ ਮਸੀਹ ਹੁੰਦਾ ਹੈ ਉਹ ਪ੍ਰਭੂ ਦੀ ਤਾਕਤ ਵਿੱਚ ਬਣਿਆ ਰਹਿੰਦਾ ਹੈ। ਉਹਨੂੰ ਪਤਾ ਹੈ ਕਿ ਪ੍ਰਭੂ ਬਹੁਤ ਸ਼ਕਤੀਸ਼ਾਲੀ ਹੈ, ਪ੍ਰਭੂ ਬਹੁਤ ਸ਼ਕਤੀਸ਼ਾਲੀ ਹੈ, ਅਤੇ ਸਾਨੂੰ ਖੜ੍ਹੇ ਰਹਿਣ ਦੀ ਲੋੜ ਹੈ। ਹੁਣ ਅਸੀਂ ਯਹੋਸ਼ੂਆ ਦੀ ਕਿਤਾਬ 'ਚ ਵੀ ਪੜ੍ਹਦੇ ਹਾਂ, ਉਹਦਾ ਪਹਿਲਾ ਅਧਿਆਇ 9 ਅਧਿਆਇ, ਉਹਦੇ ਵਿੱਚ ਵੀ ਪ੍ਰਭੂ ਯਹੋਸ਼ੂਆ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਅਗਾਹ ਨਹੀਂ ਕੀਤਾ ਕਿ ਤੂੰ ਤਾਕਤਵਰ ਬਣ, ਤੂੰ ਹੌਸਲਾ ਕਰ ਅਤੇ ਡਰ ਨਾ। ਮਸੀਹ ਲੋਕਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਸਾਨੂੰ ਨਾ ਤਾਂ ਕਿਸੇ ਦੇ ਕੋਲ ਜਾ ਕੇ ਲੜਨ ਦੀ ਲੋੜ ਹੈ, ਨਾ ਤਾਂ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਹੈ। ਪ੍ਰਭੂ ਯਿਸੂ ਮਸੀਹ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਇਨਸਾਨ ਸੀ। ਜੇ ਉਹ ਚਾਹੁੰਦਾ ਤਾਂ ਉਹ ਆਪਣੀ ਸ਼ਕਤੀ ਦਾ ਇਸਤੇਮਾਲ ਕਰ ਸਕਦਾ ਸੀ, ਪਰ ਉਸਨੇ ਇਸਤੇਮਾਲ ਨਹੀਂ ਕੀਤਾ, ਕਿਉਂਕਿ ਉਹ ਪਾਪ ਨੂੰ ਹਰਾਉਣ ਲਈ ਆਇਆ, ਉਹ ਸ਼ੈਤਾਨ ਨੂੰ ਹਰਾਉਣ ਲਈ ਆਇਆ। ਇਸ ਕਰਕੇ ਉਸਨੇ ਆਪਣੇ ਆਪ ਨੂੰ ਹਲੀਮ ਕੀਤਾ ਅਤੇ ਆਪਣੀ ਸ਼ਕਤੀ ਦਾ ਉਸਨੇ ਪ੍ਰਦਰਸ਼ਨ ਨਹੀਂ ਕੀਤਾ। ਅਸੀਂ ਕਿੰਨੀ ਵਾਰ ਦੇਖਦੇ ਹਾਂ ਈਵਨ ਇੰਜੀਲ ਦੇ ਵਿੱਚ ਵੀ ਕਿ ਕਿਵੇਂ ਪ੍ਰਭੂ ਯਿਸੂ ਮਸੀਹ ਪਾਣੀ 'ਤੇ ਤੁਰਿਆ। ਕੋਈ ਇੱਦਾਂ ਦਾ ਬੰਦਾ ਹੈ ਜੋ ਪਾਣੀ 'ਤੇ ਤੁਰ ਸਕਦਾ ਹੈ? ਕੋਈ ਵੀ ਨਹੀਂ। ਪ੍ਰਭੂ ਯਿਸੂ ਮਸੀਹ ਨੇ ਕਿੰਨੇ ਹਜ਼ਾਰ ਲੋਕਾਂ ਨੂੰ ਖਾਣਾ ਖਿਲਾ ਦਿੱਤਾ ਇੱਕ ਟਾਈਮ। ਪ੍ਰਭੂ ਯਿਸੂ ਮਸੀਹ ਕੁਛ ਵੀ ਕਰ ਸਕਦਾ ਹੈ, ਉਹਦੇ ਲਈ ਕੋਈ ਵੀ ਕੰਮ ਔਖਾ ਨਹੀਂ ਹੈ। ਪਰ ਫਿਰ ਵੀ ਉਸਨੇ ਆਪਣੇ ਆਪ ਨੂੰ ਕੰਟਰੋਲ ਕੀਤਾ, ਕਿਉਂਕਿ ਉਹ ਆਪਣੇ ਪਿਤਾ ਦਾ ਕੰਮ ਕਰਨ ਆਇਆ ਸੀਗਾ। ਇਸ ਲਈ ਸਾਨੂੰ ਪ੍ਰਭੂ ਯਿਸੂ ਮਸੀਹ ਤੋਂ ਸਿੱਖਣ ਦੀ ਲੋੜ ਹੈ। ਸਾਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ ਹੈ, ਨਾ ਤਾਂ ਕਿਸੇ ਤੋਂ ਡਰਨ ਦੀ ਲੋੜ ਹੈ। ਸਾਨੂੰ ਸਿਰਫ ਖੜ੍ਹੇ ਰਹਿਣ ਦੀ ਲੋੜ ਹੈ। ਕਿਉਂਕਿ ਜਦੋਂ ਇੱਕ ਅਸੀਂ ਉਦਾਹਰਨ ਦੇ ਤੌਰ 'ਤੇ ਦੇਖਦੇ ਹਾਂ, ਲਾਈਟ ਹਾਊਸ ਲੱਗਿਆ ਹੁੰਦਾ ਹੈ ਸਮੁੰਦਰ ਦੇ ਕੰਢੇ। ਉਹ ਕਿੰਨੀਆਂ ਲਹਿਰਾਂ ਆਉਂਦੀਆਂ ਹਨ ਅਤੇ ਉਹ ਟਕਰਾਉਂਦੀਆਂ ਹਨ, ਪਰ ਲਾਈਟ ਹਾਊਸ ਉੱਥੇ ਦਾ ਉੱਥੇ ਖੜ੍ਹਾ ਰਹਿੰਦਾ ਹੈ। ਸਮੁੰਦਰ ਕਿੰਨਾ ਵੱਡਾ ਹੁੰਦਾ ਹੈ, ਪਰ ਲਾਈਟ ਹਾਊਸ ਜਿਹੜਾ ਹੈ ਉਹ ਖੜ੍ਹਾ ਰਹਿੰਦਾ ਹੈ ਅਤੇ ਉਹ ਰੌਸ਼ਨੀ ਦਿੰਦਾ ਹੈ ਰਾਤ ਨੂੰ ਉਹਨਾਂ ਜਹਾਜ਼ਾਂ ਲਈ ਜੋ ਪਾਣੀ 'ਚ ਹੁੰਦੇ ਹਨ, ਜੋ ਕਿ ਸ਼ਾਇਦ ਗੁਆਚੇ ਹੋਏ ਹੁੰਦੇ ਹਨ। ਅਤੇ ਮਸੀਹ ਜੀਵਨ ਵੀ ਇੱਦਾਂ ਦਾ ਹੀ ਹੈ। ਸਾਨੂੰ ਖੜ੍ਹੇ ਰਹਿਣ ਦੀ ਲੋੜ ਹੈ, ਪਰ ਡਰਨ ਦੀ ਲੋੜ ਨਹੀਂ ਹੈ। ਨਾ ਤਾਂ ਸਾਨੂੰ ਹੰਕਾਰੀ ਬਣਨ ਦੀ ਲੋੜ ਹੈ, ਪਰ ਪ੍ਰਭੂ ਦੀ ਸ਼ਕਤੀ ਦੇ ਵਿੱਚ ਖੜ੍ਹੇ ਰਹਿਣ ਦੀ ਲੋੜ ਹੈ। ਅਸੀਂ ਦੇਖਦੇ ਹਾਂ ਕਿ ਅਸੀਂ ਖੜ੍ਹੇ ਪ੍ਰਭੂ ਦੇ ਵਿੱਚ ਕਿਵੇਂ ਰਹਿ ਸਕਦੇ ਹਾਂ, ਅਸੀਂ ਕਿਵੇਂ ਸਟਰੋਂਗ ਰਹਿ ਸਕਦੇ ਹਾਂ, ਅਸੀਂ ਕਿਵੇਂ ਸ਼ਕਤੀਸ਼ਾਲੀ ਬਣ ਸਕਦੇ ਹਾਂ। ਪਹਿਲੀ ਗੱਲ ਇਹ ਹੈ ਕਿ ਪਹਿਲਾਂ ਤਾਂ ਸਾਨੂੰ ਪ੍ਰਭੂ ਦੀ ਸਿਕਸ਼ਾ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ, ਜੋ ਪ੍ਰਭੂ ਤੋਂ ਸਾਨੂੰ ਸਿਕਸ਼ਾ ਮਿਲੀ ਹੈ। ਪੌਲੁਸ ਕਹਿੰਦਾ ਹੈ ਪਹਿਲਾ ਕੁਰਿੰਥੀਆਂ 16 ਉਹਦੀ 13 ਅਧਿਆਇ, ਉਹਦੇ ਵਿੱਚ ਉਹ ਕਹਿੰਦਾ ਹੈ ਕਿ ਜਾਗਦੇ ਰਹੋ ਅਤੇ ਖੜ੍ਹੇ ਰਹੋ ਅਤੇ ਹੌਸਲਾ ਰੱਖੋ, ਤਾਕਤਵਰ ਬਣੋ। ਕਿਹਦੇ ਵਿੱਚ? ਪ੍ਰਭੂ ਦੀ ਸਿਕਸ਼ਾ ਦੇ ਵਿੱਚ। ਪਹਿਲਾ ਤਿਮੋਥੀਅਸ 4 ਅਧਿਆਇ 16 ਉਸਦੀ 16 ਆਇਤ, ਉਹਦੇ ਵਿੱਚ ਉਹ ਕਹਿੰਦਾ ਹੈ ਕੀਪ ਅ ਕਲੋਜ਼ ਵਾਚ ਔਨ ਯੋਰਸੈਲਫ। ਉਹ ਕਹਿੰਦਾ ਆਪਣੇ ਆਪ 'ਤੇ ਇੱਕ ਨਜ਼ਰ ਰੱਖੋ ਅਤੇ ਜੋ ਤੁਹਾਨੂੰ ਸਿਕਸ਼ਾ ਮਿਲੀ ਹੈ, ਇਹਨਾਂ ਸਿਕਸ਼ਾਵਾਂ ਨੂੰ ਸਿੱਖ ਕੇ ਤੁਸੀਂ ਆਪਣੇ ਆਪ ਨੂੰ ਵੀ ਬਚਾਓਗੇ ਅਤੇ ਜਿਹੜੇ ਤੁਹਾਡੇ ਸੁਣਨ ਵਾਲੇ ਹਨ ਉਹਨਾਂ ਨੂੰ ਵੀ ਤੁਸੀਂ ਬਚਾਉਣ ਦਾ ਮੌਕਾ ਦਿਓਗੇ। ਅਤੇ ਇੱਕ ਹੋਰ ਗੱਲ ਦੇਖਦੇ ਹਾਂ ਕਿ ਅਸੀਂ ਸ਼ਕਤੀਸ਼ਾਲੀ ਉਦੋਂ ਬਣਦੇ ਹਾਂ ਜਦੋਂ ਅਸੀਂ ਪਰਵਾਹ ਨਹੀਂ ਕਰਦੇ ਕਿ ਦੁਨੀਆ 'ਚ ਕੀ ਹੋ ਰਿਹਾ ਹੈ। ਅਤੇ ਪੁਰਾਣੀਆਂ ਜੋ ਅਸੀਂ ਗਲਤ ਗੱਲਾਂ ਕੀਤੀਆਂ ਹੁੰਦੀਆਂ ਹਨ ਜਾਂ ਅਸੀਂ ਗਲਤ ਕਿਹਾ ਹੁੰਦਾ ਹੈ, ਉਹ ਸਾਨੂੰ ਯਾਦ ਆਉਣ ਲੱਗ ਪੈਂਦਾ ਹੈ। ਫਿਰ ਸਾਡੇ ਉੱਤੇ ਇੱਕ ਦੋਸ਼ ਵਾਲਾ ਜੀਵਨ ਲੱਗ ਪੈਂਦਾ। ਇਸ ਕਰਕੇ ਸਾਨੂੰ ਦੁਬਾਰਾ ਜਿੱਦਾਂ ਇੱਕ ਫਿਸ਼ ਟੈਂਕ ਨਹੀਂ ਹੁੰਦਾ, ਜਦੋਂ ਅਸੀਂ ਮਛਲੀ ਦਾ ਜਿਹੜਾ ਇੱਕ ਟੈਂਕ ਹੁੰਦਾ ਹੈ, ਅਸੀਂ ਉਹਨੂੰ ਦੁਬਾਰਾ ਸਾਫ਼ ਕਰਦੇ ਹਾਂ। ਜੇ ਅਸੀਂ ਉਸ ਨੂੰ ਦੁਬਾਰਾ ਸਾਫ਼ ਨਹੀਂ ਕਰਾਂਗੇ ਤਾਂ ਉਹ ਇੱਕ ਹਰਾਪਣ ਜਿਹਾ ਆ ਜਾਂਦਾ ਹੁੰਦਾ ਹੈ ਅਤੇ ਉਹ ਹਰੇਪਣ ਦੇ ਨਾਲ ਮੱਛੀਆਂ ਮਰ ਸਕਦੀਆਂ ਹਨ, ਕਿਉਂਕਿ ਉਹ ਪਾਣੀ ਪੋਲਿਊਟ ਹੋ ਗਿਆ, ਪਾਣੀ ਵਿੱਚ ਉਹ ਗੰਦਗੀ ਪੈਦਾ ਹੋ ਗਈ। ਇਸ ਕਰਕੇ ਉਹ ਫਿਸ਼ ਟੈਂਕ ਨੂੰ ਦੁਬਾਰਾ ਸਾਫ਼ ਕਰਦੇ ਹਨ।
ਉਹਦਾ 에ਅਰ ਫਿਲਟਰ ਚੇਂਜ ਕਰਦੇ ਹਨ ਅਤੇ ਪਾਣੀ ਚੇਂਜ ਕਰਦੇ ਹਨ ਤਾਂ ਕਿ ਮੱਛੀਆਂ ਜਿੰਦਾ ਰਹਿਣ। ਇੱਦਾਂ ਹੀ ਸਾਡਾ ਦਿਲ ਹੈ। ਜੇ ਅਸੀਂ ਆਪਣੇ ਦਿਲਾਂ ਨੂੰ ਰੋਜ਼ ਨਹੀਂ ਸਾਫ਼ ਕਰਾਂਗੇ ਅਤੇ ਸਾਡੇ 'ਚ ਇੱਕ ਕਹਿ ਲਓ ਇੱਕ ਹੰਕਾਰ ਪੈਦਾ ਹੋ ਸਕਦਾ ਹੈ, ਨਫ਼ਰਤ ਪੈਦਾ ਹੋ ਸਕਦੀ ਹੈ ਦੂਜਿਆਂ ਲਈ। ਅਸੀਂ ਬੁਰਾ ਬੋਲਣਾ ਸ਼ੁਰੂ ਕਰ ਸਕਦੇ ਹਾਂ, ਅਸੀਂ ਲੋਕਾਂ ਦਾ ਤਿਰਸਕਾਰ ਕਰਨਾ ਸ਼ੁਰੂ ਕਰ ਸਕਦੇ ਹਾਂ, ਅਸੀਂ ਪ੍ਰਭੂ ਦੀਆਂ ਗੱਲਾਂ ਨੂੰ ਭੁੱਲ ਜਾਵਾਂਗੇ, ਅਸੀਂ ਗੌਸਿਪ ਕਰਾਂਗੇ। ਗੌਸਿਪ ਤਾਂ ਕਲੀਸਿਆਵਾਂ ਦੇ ਵਿੱਚ ਕਿੰਨੀ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ, ਹੰਕਾਰ ਬਹੁਤ ਜ਼ਿਆਦਾ ਹੈ। ਇਹਨਾਂ ਗੱਲਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਕਲੀਸਿਆ ਦੇ ਵਿੱਚ ਇੱਦਾਂ ਵੀ ਲੋਕ ਹਨ ਜੋ ਗੈਰ ਕੌਮਾਂ ਦੇ ਲੋਕਾਂ ਨਾਲ ਵਿਆਹ ਕਰਾਈ ਜਾਂਦੇ ਹਨ ਅਤੇ ਉਹਨਾਂ ਨੂੰ ਜੇ ਤੁਸੀਂ ਕੁਛ ਕਹੋ ਤਾਂ ਉਹ ਕਹਿੰਦੇ ਹਨ ਤੁਸੀਂ ਸਾਨੂੰ ਕੁਛ ਨਹੀਂ ਕਹਿ ਸਕਦੇ, ਅਸੀਂ ਜੋ ਕਰਨਾ ਚਾਹੁੰਦੇ ਹਾਂ ਅਸੀਂ ਆਪ ਕਰਾਂਗੇ। ਪਰ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਜੇ ਤੁਸੀਂ ਮਸੀਹ ਦੇ ਵਿੱਚ ਹੋ ਤਾਂ ਤੁਸੀਂ ਗੈਰ ਕੌਮਾਂ 'ਚ ਵਿਆਹ ਕਿਵੇਂ ਕਰਾ ਸਕਦੇ ਹੋ, ਜਾਂ ਆਪਣੇ ਹਸਬੈਂਡ ਵਾਈਫ ਨੂੰ ਮਿਸਟਰੀਟ ਕਿਵੇਂ ਕਰ ਸਕਦੇ ਹੋ। ਇਹ ਸਾਨੂੰ ਦੇਖਣ ਦੀ ਲੋੜ ਹੈ। ਫਿਰ ਉਹ ਕਹਿੰਦਾ ਹੈ ਕਿ ਜੋ ਮਸੀਹ ਦੀ ਗੱਲ ਨੂੰ ਨਹੀਂ ਸਮਝਦੇ ਜਾਂ ਜੋ ਮਸੀਹ ਆਪਣੇ ਆਪ ਨੂੰ ਮਸੀਹ ਕਹਿੰਦੇ ਹਨ, ਪ੍ਰਭੂ ਤੋਂ ਦੂਰ ਹਨ, ਉਹ ਮੰਦੇ ਕੰਮਾਂ 'ਚ ਪੈ ਜਾਂਦੇ ਹਨ ਅਤੇ ਉਹ ਆਪਣੇ ਆਪ ਦੀ ਗੱਲ ਮਨਾਉਣਾ ਚਾਹੁੰਦੇ ਹਨ ਚਰਚਾਂ ਦੇ ਵਿੱਚ। ਅਤੇ ਉਹਨਾਂ ਦਾ ਐਂਬੀਸ਼ਨ ਜਿਹੜਾ ਸੈਲਫਿਸ਼ ਐਂਬੀਸ਼ਨ ਹੁੰਦਾ ਹੈ, ਜਾਂ ਉਹ ਹਮੇਸ਼ਾ ਡਿਪਰੈਸ ਹੀ ਰਹਿੰਦੇ ਹਨ। ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਕਈ ਵਾਰੀ ਲੋਕਾਂ ਨੂੰ ਲੱਗਦਾ ਹੈ ਕਿ ਕਿਉਂਕਿ ਉਹਨਾਂ ਦੀ ਗੱਲ ਕੋਈ ਸੁਣਦਾ ਨਹੀਂ ਹੈ ਅਤੇ ਉਹ ਆਪਣੇ ਆਪ ਨੂੰ ਸ਼ਰਮਿੰਦਾ ਕਰ ਲੈਂਦੇ ਹਨ, ਜਾਂ ਸ਼ੈਤਾਨ ਦੇ ਭਰਮਾਵੇ ਵਿੱਚ ਆ ਜਾਂਦੇ ਹਨ, ਉਹਦੀ ਝੂਠ ਨੂੰ ਮੰਨਣ ਲੱਗ ਪੈਂਦੇ ਹਨ ਅਤੇ ਆਪਣੇ ਆਪ ਨੂੰ ਬੈਠੇ ਬੈਠੇ ਆਪਣੇ ਜਿੱਦਾਂ ਕਹਿੰਦੇ ਨਹੀਂ ਹੁੰਦੇ ਵੀ ਖਿਆਲੀ ਪੁਲਾਵ ਬਣਾਈ ਜਾਣੇ, ਆਪਣੀ ਮਨ ਘੜਤ ਗੱਲਾਂ ਉੱਤੇ ਵਿਸ਼ਵਾਸ ਕਰੀ ਜਾਣਾ, ਝੂਠਾਂ ਦੇ ਵਿਸ਼ਵਾਸ ਕਰੀ ਜਾਣਾ। ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਪ੍ਰਭੂ ਦੇ ਵਚਨ ਆਪਣੀ ਜ਼ਿੰਦਗੀ 'ਚ ਲੈ ਕੇ ਆਵੋ। ਜਦ ਤੱਕ ਤੁਸੀਂ ਆਪਣੀ ਜ਼ਿੰਦਗੀ 'ਚ ਪ੍ਰਭੂ ਦੇ ਵਚਨ ਨੂੰ ਨਹੀਂ ਲੈ ਕੇ ਆਉਂਦੇ ਤਦ ਤੱਕ ਤੁਹਾਡੀ ਸੋਚ ਨਹੀਂ ਬਦਲ ਸਕਦੀ। ਅਤੇ ਸ਼ੈਤਾਨ ਦੇ ਝੂਠਾਂ ਦੇ ਉੱਤੇ ਭਰੋਸਾ ਨਾ ਕਰੋ ਅਤੇ ਆਪਣੇ ਆਪ ਨੂੰ ਲੇਜ਼ੀਨੈਸ ਤੋਂ ਬਚਾਓ। ਲੇਜ਼ੀਨੈਸ ਬਹੁਤ ਵੱਡਾ ਇੱਕ ਪ੍ਰੋਬਲਮ ਹੈ ਇਸ ਦੁਨੀਆ ਦੇ ਵਿੱਚ। ਕਈ ਲੋਕ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਆਪਣੇ ਘਰਾਂ ਦੇ ਵਿੱਚ ਆਪਣੇ ਘਰਾਂ ਨੂੰ ਚਲਾਉਣਾ ਨਹੀਂ ਚਾਹੁੰਦੇ ਚੰਗੀ ਤਰ੍ਹਾਂ। ਚੰਗੀ ਗੱਲ ਨਹੀਂ ਹੈ। ਇਸ ਕਰਕੇ ਪ੍ਰਭੂ ਦੇ ਪਿੱਛੇ ਚੱਲਦੇ ਰਹੋ, ਪ੍ਰਭੂ ਦੇ ਨਾਲ ਚੱਲਦੇ ਰਹੋ, ਪ੍ਰਭੂ ਦੀ ਸ਼ਕਤੀ ਉੱਤੇ ਭਰੋਸਾ ਕਰੋ, ਆਪਣੇ ਆਪ ਨੂੰ ਪ੍ਰਭੂ ਦੀ ਸ਼ਕਤੀ ਨਾਲ ਪਾ ਲਓ। ਆਪਣੀ ਸ਼ਕਤੀ 'ਤੇ ਭਰੋਸਾ ਨਾ ਕਰੋ, ਆਪਣੀ ਕਾਬਲੀਅਤ 'ਤੇ ਭਰੋਸਾ ਨਾ ਕਰੋ, ਪਰ ਪ੍ਰਭੂ ਦੀ ਕਾਬਲੀਅਤ 'ਤੇ ਭਰੋਸਾ ਕਰੋ। ਪ੍ਰਭੂ ਸ਼ਕਤੀਸ਼ਾਲੀ ਹੈ। ਅਤੇ ਇਹ ਮੇਰੀ ਤੀਜੀ ਗੱਲ ਹੈ, ਅਸੀਂ ਇਹਨਾਂ ਗੱਲਾਂ ਨੂੰ ਕਿਉਂ ਕਰੀਏ? ਕਿਉਂਕਿ ਪ੍ਰਭੂ ਸ਼ਕਤੀਸ਼ਾਲੀ ਹੈ। ਉਹ ਕਹਿੰਦਾ ਹੈ ਕਿ ਤੁਸੀਂ ਪ੍ਰਭੂ ਦੀ ਸ਼ਕਤੀ ਉੱਤੇ ਭਰੋਸਾ ਕਰੋ। ਪ੍ਰਭੂ ਕੁਛ ਵੀ ਕਰ ਸਕਦਾ ਹੈ। ਪ੍ਰਭੂ ਲਈ ਕੁਛ ਵੀ ਨਾਮੁਮਕਿਨ ਨਹੀਂ ਹੈ। ਇਸ ਕਰਕੇ ਸਾਨੂੰ ਪ੍ਰਭੂ ਦੇ ਕੋਲ ਆਉਣ ਦੀ ਲੋੜ ਹੈ। ਪ੍ਰਭੂ ਬਚਾਉਂਦਾ ਹੈ, ਉਹ ਸਾਡੀ ਸਹਾਇਤਾ ਕਰਦਾ ਹੈ ਅਤੇ ਉਹ ਸਾਨੂੰ ਨਾਲ ਲੈ ਕੇ ਚੱਲਦਾ ਹੈ। ਅਤੇ ਸਾਨੂੰ ਪ੍ਰਭੂ ਦੀ ਸ਼ਕਤੀ ਦੀ ਲੋੜ ਹੈ ਅੱਜ। ਜੇ ਅਸੀਂ ਰੌਸ਼ਨੀ ਦੇ ਬੱਚੇ ਹਾਂ ਅਤੇ ਸਾਨੂੰ ਇਹ ਸੰਸਾਰ ਵਿੱਚੋਂ ਨਿਕਲਣ ਦੀ ਲੋੜ ਹੈ। ਅਸੀਂ ਇੱਕ ਹਨੇਰੇ ਵਾਲੀ ਜ਼ਿੰਦਗੀ 'ਚੋਂ ਨਿਕਲ ਰਹੇ ਹਾਂ ਅਤੇ ਸਾਡੇ 'ਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ, ਪਰ ਪ੍ਰਭੂ ਸਾਡੇ ਨਾਲ ਚੱਲਦਾ ਹੈ। ਯੂਹੰਨਾ ਦੀ ਇੰਜੀਲ ਉਹਦਾ 15 ਅਧਿਆਏ ਉਹਦੀ 5 ਅਤੇ 6 ਆਇਤ ਵਿੱਚ ਇਹੀ ਪ੍ਰਭੂ ਕਹਿੰਦਾ ਹੈ ਕਿ ਮੈਂ ਵੇਲ ਹਾਂ ਅਤੇ ਤੁਸੀਂ ਟਾਹਣੀਆਂ ਹੋ, ਅਤੇ ਜਿਹੜੀ ਟਾਹਣੀ ਮੇਰੇ ਵਿੱਚ ਨਹੀਂ ਪਾਈ ਜਾਂਦੀ ਉਸ ਨੂੰ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ, ਪਰ ਜਿਹੜੀ ਟਾਹਣੀ ਫਲ ਲੈ ਕੇ ਆਉਂਦੀ ਹੈ ਉਸ ਨੂੰ ਮੈਂ ਹੋਰ ਛਾਂਟਦਾ ਹਾਂ। ਅਤੇ ਉਹ ਕਹਿੰਦਾ ਹੈ ਕਿ ਮੇਰੇ ਵਿੱਚ ਤੁਸੀਂ ਬਣੇ ਰਹੋ ਅਤੇ ਮੈਂ ਤੁਹਾਡੇ ਵਿੱਚ। ਜੇ ਮੈਂ ਤੁਹਾਡੇ ਵਿੱਚ ਬਣਿਆ ਹਾਂ ਅਤੇ ਤੁਸੀਂ ਫਲਦਾਇਕ ਹੋਵੋਗੇ। ਅਤੇ ਮਸੀਹੀ ਜੀਵਨ ਜਿਹੜਾ ਫਲਦਾਇਕ ਹੈ ਉਹ ਪ੍ਰਭੂ ਨੂੰ ਮਹਿਮਾ ਦਿੰਦਾ ਹੈ ਅਤੇ ਉਸ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਪ੍ਰਭੂ ਦੇ ਵਿੱਚ ਜੁੜੇ ਹੋਏ ਹਾਂ। ਜਿਹੜਾ ਇੱਕ ਮਸੀਹ ਕਹਿੰਦਾ ਹੈ ਮੈਂ ਮਸੀਹ ਨਾਲ ਚੱਲਦਾ ਹਾਂ, ਪਰ ਨਾ ਤਾਂ ਕਦੀ ਉਸਨੇ ਆਪਣੇ ਆਪ ਨੂੰ ਕਲੀਸਿਆ ਨੂੰ ਦਿੱਤਾ, ਨਾ ਤਾਂ ਉਹ ਚਰਚ ਮੈਂਬਰ ਮੰਨਦਾ ਹੈ, ਜਾਂ ਨਾ ਤਾਂ ਉਹ ਚਰਚ ਦੀ ਮੀਟਿੰਗ ਅਟੈਂਡ ਕਰਦਾ ਹੈ, ਜਾਂ ਨਾ ਉਹ ਪ੍ਰਭੂ ਦੇ ਲੋਕਾਂ ਨਾਲ ਫੈਲੋਸ਼ਿਪ ਕਰਦਾ ਹੈ, ਨਾ ਪ੍ਰਾਰਥਨਾ ਕਰਦਾ ਹੈ, ਨਾ ਬਾਈਬਲ ਪੜ੍ਹਦਾ ਹੈ, ਨਾ ਪ੍ਰਭੂ ਦੇ ਉੱਤੇ ਭਰੋਸਾ ਕਰਦਾ ਹੈ। ਫਿਰ ਉਹ ਇਨਸਾਨ ਆਪਣੇ ਆਪ ਨੂੰ ਮਸੀਹ ਕਿਵੇਂ ਕਹਿ ਸਕਦਾ ਹੈ? ਕਈ ਮਸੀਹ ਲੋਕ ਡਿੱਗ ਵੀ ਸਕਦੇ ਹਨ, ਪਰ ਪ੍ਰਭੂ ਉਹਨਾਂ ਨੂੰ ਉਠਾਉਂਦਾ ਵੀ ਹੈ। ਅਤੇ ਜੇ ਅੱਜ ਤੁਸੀਂ ਪਾਪ 'ਚ ਡਿੱਗੇ ਹੋ, ਜਾਂ ਜੇ ਅੱਜ ਤੁਸੀਂ ਪ੍ਰਭੂ 'ਤੇ ਭਰੋਸਾ ਨਹੀਂ ਕਰਦੇ, ਪ੍ਰਭੂ ਅੱਜ ਤੁਹਾਨੂੰ ਕਹਿੰਦਾ ਹੈ ਕਿ ਮੇਰੇ ਵੱਲ ਮੁੜੋ, ਮੇਰੇ ਵਿੱਚ ਬਣੇ ਰਹੋ। ਆਪਣੇ ਉੱਤੇ ਭਰੋਸਾ ਨਾ ਕਰੋ, ਆਪਣੀ ਫੈਮਿਲੀ ਉੱਤੇ ਭਰੋਸਾ ਨਾ ਕਰੋ, ਆਪਣੇ ਕਾਬਲੀਅਤ 'ਤੇ ਭਰੋਸਾ ਨਾ ਕਰੋ।
ਹਾਲਾਂਕਿ ਇਹ ਗੱਲਾਂ ਚੰਗੀਆਂ ਹਨ, ਕਾਬਲੀਅਤ ਚੰਗੀ ਗੱਲ ਹੈ, ਆਪਣੇ ਆਪ ਨੂੰ ਚੰਗਾ ਬਣਾਓ, ਆਪਣੇ ਪਰਿਵਾਰ ਵਿੱਚ ਚੰਗਾ ਰਹੋ, ਪਰ ਇਹਨਾਂ ਗੱਲਾਂ ਤੋਂ ਮਹਾਨ ਹੈ ਯਿਸੂ ਮਸੀਹ। ਯਿਸੂ ਮਸੀਹ ਦੇ ਨਾਲ ਲੱਗੇ ਰਹੋ। ਇਹ ਉਹ ਗੱਲ ਕਹਿ ਰਿਹਾ ਹੈ। ਅਸੀਂ ਯਿਸੂ ਮਸੀਹ ਤੋਂ ਬਿਨਾਂ ਕੁਛ ਨਹੀਂ ਹਾਂ। ਯਿਸੂ ਮਸੀਹ ਹੀ ਸਾਡਾ ਸਭ ਕੁਛ ਹੈ, ਤੇ ਯਿਸੂ ਮਸੀਹ ਹੀ ਹੈ ਜੋ ਸਾਡਾ ਆਤਮਿਕ ਜੀਵਨ ਦਾ ਇੱਕ ਕਹਿ ਲਓ ਗੜ੍ਹ ਹੈ। ਬਿਨਾਂ ਯਿਸੂ ਮਸੀਹ ਤੋਂ ਅਸੀਂ ਸਵਰਗ ਦਾਖਲ ਨਹੀਂ ਹੋ ਸਕਦੇ। ਯਿਸੂ ਮਸੀਹ ਹੀ ਸਾਡੀ ਮੁਕਤੀ ਹੈ। ਤੇ ਆਪਣੀ ਜੇ ਅਸੀਂ ਮੁਕਤੀ ਪਾਉਂਦੇ ਹਾਂ, ਉਹਦਾ ਮਤਲਬ ਇਹ ਹੈ ਕਿ ਅਸੀਂ ਯਿਸੂ ਮਸੀਹ ਨੂੰ ਪਾਉਂਦੇ ਹਾਂ, ਤੇ ਯਿਸੂ ਮਸੀਹ ਨੇ ਸਾਨੂੰ ਅਪਣਾ ਲਿਆ। ਇਸ ਸੰਸਾਰ ਦੇ ਵਿੱਚ ਕੋਈ ਵੀ ਪਰਮਾਨੈਂਟ ਚੀਜ਼ ਨਹੀਂ ਹੈ। ਈਵਨ ਕਿ ਸਾਡੀ ਜ਼ਿੰਦਗੀ, ਸਾਨੂੰ ਇਹ ਨਹੀਂ ਪਤਾ ਕਦੋਂ ਸਾਡੇ ਕੋਲ ਖੋਹ ਲਈ ਜਾਵੇ। ਸਾਡੇ ਕੋਲ ਮਕਾਨ, ਸਾਡਾ ਕਾਰੋਬਾਰ ਕਦੋਂ ਖੋਹ ਲਿਆ ਜਾਵੇ, ਕਿਸੇ ਨੂੰ ਕੁਛ ਨਹੀਂ ਪਤਾ। ਇਸ ਕਰਕੇ ਸਾਨੂੰ ਪ੍ਰਭੂ ਦੀ ਸ਼ਕਤੀ ਤੇ ਭਰੋਸਾ ਕਰਨ ਦੀ ਲੋੜ ਹੈ। ਪ੍ਰਭੂ ਦੀ ਸ਼ਕਤੀ ਕੀ ਹੈ? ਪ੍ਰਭੂ ਖੁਦ ਆਪ ਹੈ। ਪ੍ਰਭੂ ਮਹਾਨ ਹੈ, ਉਹ ਸ਼ਕਤੀਸ਼ਾਲੀ ਹੈ। ਪ੍ਰਭੂ ਤੇ ਭਰੋਸਾ ਕਰੋ। ਜੋ ਪ੍ਰਭੂ ਤੇ ਭਰੋਸਾ ਕਰਦੇ ਹਨ ਉਹ ਬਚਾਏ ਜਾਣਗੇ। ਜਦੋਂ ਪ੍ਰਭੂ ਯਿਸੂ ਮਸੀਹ ਨੇ ਆਪਣਾ ਸਿੰਘਾਸਨ ਲਗਾਇਆ, 2 ਕੁਰਿੰਥੀਆਂ ਉਹਦਾ 5 ਅਧਿਆਇ ਉਹਦੀ 10 ਆਇਤ ਵਿੱਚ ਇਹੀ ਪੜ੍ਹਦੇ ਹਾਂ ਕਿ ਸਾਰਿਆਂ ਨੇ ਪ੍ਰਭੂ ਦੇ ਸਿੰਘਾਸਨ ਦੇ ਮੂਹਰੇ ਖੜਨਾ ਹੈ ਤੇ ਹਰੇਕ ਇਨਸਾਨ ਦਾ ਨਿਆਂ ਕੀਤਾ ਜਾਵੇਗਾ। ਜੋ ਯਿਸੂ ਮਸੀਹ 'ਚ ਪਾਏ ਜਾਣਗੇ ਉਹ ਬਚਾਏ ਜਾਣਗੇ। ਜੋ ਯਿਸੂ ਮਸੀਹ 'ਚ ਨਹੀਂ ਹੈ, ਹਾਲਾਂਕਿ ਉਹ ਚਰਚ ਜਾਂਦੇ ਹੋਣਗੇ, ਪਰ ਜੇ ਉਹ ਯਿਸੂ ਮਸੀਹ ਦੇ ਨਾਲ ਨਹੀਂ ਜੁੜੇ, ਉਹ ਨਹੀਂ ਬਚਾਏ ਜਾਣਗੇ। ਤੇ ਜੋ ਸੰਸਾਰ ਪਾਪ ਵਿੱਚ ਚੱਲ ਰਿਹਾ ਹੈ, ਗੁਨਾਹਾਂ 'ਚ ਚੱਲ ਰਿਹਾ ਹੈ, ਉਹਨਾਂ ਨੂੰ ਉਹਨਾਂ ਪਾਪਾਂ ਦਾ ਨਿਆਂ ਮਿਲੇਗਾ। ਇਸ ਕਰਕੇ ਪ੍ਰਭੂ ਦੇ ਉੱਤੇ ਬਣੇ ਰਹੋ। ਪ੍ਰਭੂ ਦੇ ਮਜ਼ਬੂਤ ਮੋਢਿਆਂ ਤੇ ਵਿਸ਼ਵਾਸ ਕਰੋ। ਪ੍ਰਭੂ ਦਾ ਇੰਤਜ਼ਾਰ ਕਰੋ, ਉਹ ਤੁਹਾਨੂੰ ਬਚਾਉਣ ਆਵੇਗਾ। ਆਪਣੇ ਆਪ ਨੂੰ ਕਮਜ਼ੋਰ ਕਰੋ ਤੇ ਪ੍ਰਭੂ ਦੀ ਸ਼ਕਤੀ ਉੱਤੇ ਬਣੇ ਰਹੋ। ਜਿਵੇਂ ਪ੍ਰਭੂ ਨੇ ਆਪਣੇ ਪਿਤਾ ਦੀ ਸ਼ਕਤੀ ਤੇ ਭਰੋਸਾ ਕੀਤਾ ਤੇ ਆਪਣੀ ਸ਼ਕਤੀ ਨੂੰ ਨਹੀਂ ਦਿਖਾਇਆ, ਉਵੇਂ ਹੀ ਸਾਨੂੰ ਆਪਣੀ ਸ਼ਕਤੀ ਨੂੰ ਦਿਖਾਉਣ ਦੀ ਲੋੜ ਨਹੀਂ ਹੈ, ਪਰ ਸਾਨੂੰ ਪ੍ਰਭੂ ਦੀ ਸ਼ਕਤੀ ਉੱਤੇ ਭਰੋਸਾ ਕਰਨ ਦੀ ਲੋੜ ਹੈ। ਤੇ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਯਾਦ ਰੱਖੋ ਕਿ ਤੁਸੀਂ, ਹਾਲਾਂਕਿ ਤੁਹਾਨੂੰ ਲੱਗਦਾ ਹੋਵੇਗਾ ਤੁਸੀਂ ਬਹੁਤ ਸ਼ਕਤੀਸ਼ਾਲੀ ਹੋ, ਮੇਰੀ ਸਿਹਤ ਵਧੀਆ ਹੈ, ਮੇਰੇ ਕੋਲ ਕਿੰਨਾ ਪੈਸਾ ਹੈ, ਜਾਂ ਮੇਰੇ ਕੋਲ ਬਹੁਤ ਸਮਝ ਹੈ, ਜਾਂ ਮੈਂ ਬਹੁਤ ਯੰਗ ਹਾਂ ਤੇ ਮੈਂ ਕੁਛ ਵੀ ਕਰ ਸਕਦਾ ਹਾਂ। ਯਾਦ ਰੱਖੋ ਕਿ ਤੁਸੀਂ ਕੁਛ ਨਹੀਂ ਹੋ। ਪ੍ਰਭੂ ਸਾਡੇ ਸਾਹ ਨੂੰ ਕਦੀ ਵੀ ਲੈ ਸਕਦਾ ਹੈ। ਇਸ ਕਰਕੇ ਪ੍ਰਭੂ ਤੇ ਭਰੋਸਾ ਕਰੋ ਤੇ ਪ੍ਰਭੂ ਨੂੰ ਅਪਣਾਵੋ। ਪ੍ਰਭੂ ਦਾ ਇੰਤਜ਼ਾਰ ਕਰੋ। ਤੇ ਜਦੋਂ ਤੁਸੀਂ ਦੁੱਖਾਂ 'ਚੋਂ ਨਿਕਲਦੇ ਹੋ, ਯਾਦ ਰੱਖੋ ਕਿ ਪ੍ਰਭੂ ਤੁਹਾਨੂੰ ਇੱਕ ਦਿਨ ਚੰਗਾ ਟਾਈਮ ਵੀ ਦਿਖਾਵੇਗਾ। ਯਾਦ ਰੱਖੋ ਕਿ ਪ੍ਰਭੂ ਜਦੋਂ ਆਵੇਗਾ ਉਹ ਸਾਡੇ ਸਾਰੇ ਹੰਝੂਆਂ ਨੂੰ ਪੂੰਝ ਦੇਵੇਗਾ, ਕਿਉਂਕਿ ਪ੍ਰਭੂ ਸ਼ਕਤੀਸ਼ਾਲੀ ਹੈ, ਉਹ ਬਚਾਉਣ ਆਉਂਦਾ ਹੈ। ਉਹ ਆਪਣੀ ਕਲੀਸਿਆ ਨੂੰ ਆਪਣੇ ਨਾਲ ਲੈ ਜਾਵੇਗਾ। ਤੇ ਜੇ ਇਸ ਸੰਸਾਰ ਵਿੱਚ ਤੁਹਾਡੀ ਜ਼ਿੰਦਗੀ 'ਚ ਕਠਿਨਾਈਆਂ ਹਨ, ਪ੍ਰਭੂ ਦੇ ਨਾਲ ਜੁੜੇ ਰਹੋ। ਪ੍ਰਭੂ ਨੂੰ ਆਪਣੇ ਆਪ ਨੂੰ ਪ੍ਰਭੂ ਦੇ ਹਵਾਲੇ ਕਰ ਦੇਵੋ। ਤੇ ਜੇ ਤੁਹਾਡੀ ਜ਼ਿੰਦਗੀ 'ਚ ਕਠਿਨਾਈਆਂ ਹਨ, ਤੇ ਜਿਵੇਂ ਯਹੂਦਾ ਕਹਿੰਦਾ ਹੈ, ਉਹਦਾ ਪਹਿਲਾ ਅਧਿਆਇ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਹੇ ਭਰਾਵੋ ਜਾਂ ਭੈਣੋ, ਤੁਸੀਂ ਜਦੋਂ ਕਠਿਨਾਈਆਂ 'ਚੋਂ ਗੁਜ਼ਰੋਗੇ ਉਹਦੇ ਵਿੱਚ ਵੀ ਖੁਸ਼ ਰਹੋ। ਖੁਸ਼ ਕਿਉਂ ਰਹੋ? ਕਿਉਂਕਿ ਤੁਹਾਨੂੰ ਉਹ ਕਠਿਨਾਈਆਂ 'ਚੋਂ ਲੈ ਕੇ ਜਾ ਰਿਹਾ ਹੈ, ਕਿਉਂਕਿ ਪ੍ਰਭੂ ਤੁਹਾਡੇ ਉੱਤੇ ਕੰਮ ਕਰ ਰਿਹਾ ਹੈ। ਅਤੇ ਜਦੋਂ ਤੁਸੀਂ ਇਹ ਕਠਿਨਾਈਆਂ 'ਚੋਂ ਨਿਕਲੋਗੇ, ਤੁਹਾਡਾ ਵਿਸ਼ਵਾਸ ਹੋਰ ਪੱਕਾ ਹੋ ਜਾਵੇਗਾ। ਤੇ ਜਿਵੇਂ ਇੱਕ ਕਹਿ ਲਓ, ਜਦੋਂ ਸੋਨੇ ਨੂੰ ਉਹ ਅੱਗ 'ਚੋਂ ਕੱਢਦੇ ਹਨ ਤੇ ਜੋ ਗੰਦਗੀ ਸੋਨੇ ਨਾਲ ਲੱਗੀ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਤੇ ਖਰਾ ਸੋਨਾ ਕੁੰਦਨ ਨਿਕਲ ਆਉਂਦਾ ਹੈ। ਪ੍ਰਭੂ ਵੀ ਸਾਡੀ ਜ਼ਿੰਦਗੀ ਨੂੰ ਇਵੇਂ ਹੀ ਕਰਨਾ ਚਾਹੁੰਦਾ ਹੈ, ਸਾਨੂੰ ਉਹ ਖਰਾ ਕੁੰਦਨ ਬਣਾਉਣਾ ਚਾਹੁੰਦਾ ਹੈ। ਇਸ ਕਰਕੇ ਪ੍ਰਭੂ ਨੂੰ ਯਾਦ ਰੱਖੋ। ਤੇ ਯਾਦ ਰੱਖੋ ਕਿ ਅਸੀਂ ਸਿਰਫ ਮਿੱਟੀ ਹਾਂ, ਤੇ ਅਸੀਂ ਕਹਿ ਲਓ ਇੱਕ ਮਿੱਟੀ ਦੇ ਭਾਂਡੇ ਹਾਂ, ਤੇ ਪ੍ਰਭੂ ਸਾਨੂੰ ਤਰਾਸ਼ ਰਿਹਾ ਹੈ।
ਇਸ ਕਰਕੇ ਆਪਣੇ ਦੁੱਖ ਵਿੱਚ ਕਦੀ ਵੀ ਖੁਸ਼ੀ ਨੂੰ ਨਾ ਕਹੋ। ਚਾਹੇ ਤੁਸੀਂ ਦੁੱਖ 'ਚ ਗੁਜ਼ਰਦੇ ਹੋ, ਤੁਹਾਡੇ ਕੋਲ ਸ਼ਾਇਦ ਇੰਨਾ ਕੁਛ ਨਾ ਹੋਵੇ, ਜਾਂ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਿੰਦਗੀ ਦੂਜੀਆਂ ਜ਼ਿੰਦਗੀਆਂ ਦੇ ਵਰਗੀ ਨਹੀਂ ਹੈ, ਪ੍ਰਭੂ ਉੱਤੇ ਵਿਸ਼ਵਾਸ ਕਰੋ। ਪ੍ਰਭੂ ਕਦੀ ਵੀ ਕਿਸੇ ਵੀ ਦਿਨ ਸਾਡੀ ਦਿਨਾਂ ਨੂੰ ਬਦਲ ਸਕਦਾ ਹੈ, ਪਰ ਅਸੀਂ ਪ੍ਰਭੂ 'ਤੇ ਭਰੋਸਾ ਰੱਖੀਏ ਅਤੇ ਯਾਦ ਰੱਖੀਏ ਕਿ ਅਸੀਂ ਇੱਕ ਦਿਨ ਸਵਰਗ ਦੇ ਵਿੱਚ ਦਾਖਲ ਹੋਣਾ ਹੈ। ਉਹ ਚੀਜ਼ ਨੂੰ ਕਦੀ ਨਾ ਭੁੱਲੋ ਕਿ ਅਸੀਂ ਪ੍ਰਭੂ ਦੇ ਲੋਕ ਹਾਂ ਅਤੇ ਅਸੀਂ ਪ੍ਰਭੂ ਦੇ ਰਾਜ ਦੇ ਹਿੱਸੇਦਾਰ ਹਾਂ। ਅਸੀਂ ਉਸ ਦੇ ਰਾਜ ਦੇ ਨਿਵਾਸੀ ਹਾਂ। ਅਸੀਂ ਉਹ ਦੇਸ਼ ਜਾ ਰਹੇ ਹਾਂ ਜੋ ਕਿ ਸਾਡਾ ਦੇਸ਼ ਹੈ। ਇਹ ਜਿਹੜੇ ਦੇਸ਼ਾਂ 'ਚ ਅਸੀਂ ਰਹਿੰਦੇ ਹਾਂ, ਇਹ ਸਾਡੇ ਦੇਸ਼ ਨਹੀਂ ਹਨ। ਇਹ ਸਿਰਫ ਕੁਛ ਸਮੇਂ ਲਈ ਅਸੀਂ ਇੱਥੇ ਆਏ ਹਾਂ, ਪਰ ਸਾਡਾ ਜਿਹੜਾ ਸਦੀਪਕ ਜੀਵਨ ਹੈ ਉਹ ਪ੍ਰਭੂ ਦੇ ਨਾਲ ਹੈ। ਇਸ ਕਰਕੇ ਪ੍ਰਭੂ 'ਚ ਬਣੇ ਰਹੋ, ਪ੍ਰਭੂ 'ਚ ਬਣੇ ਰਹੋ, ਪ੍ਰਭੂ 'ਤੇ ਭਰੋਸਾ ਰੱਖੋ, ਪ੍ਰਭੂ ਦੀ ਸ਼ਕਤੀ 'ਤੇ ਭਰੋਸਾ ਰੱਖੋ। ਦੁਨੀਆ ਦੇ ਵੱਲ ਨਾ ਦੇਖੋ, ਪ੍ਰਭੂ ਦੇ ਵੱਲ ਦੇਖੋ। ਪ੍ਰਭੂ ਨੂੰ ਦੇਖਦੇ ਰਹੋ, ਪ੍ਰਭੂ ਦੇ ਵਚਨ ਪੜ੍ਹਦੇ ਰਹੋ, ਉਹਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ 'ਚ ਇਸਤੇਮਾਲ ਕਰਦੇ ਰਹੋ। ਪ੍ਰਭੂ ਅੱਜ ਤੁਹਾਨੂੰ ਇਸ ਵਚਨ ਤੋਂ ਬਰਕਤ ਦੇਵੇ ਅਤੇ ਅਸੀਂ ਅਗਲੇ ਹਫ਼ਤੇ ਫਿਰ ਦੇਖਾਂਗੇ ਅਫਸੀਆਂ ਦਾ ਖੱਤ, ਉਸਦਾ 6 ਅਧਿਆਇ ਅਤੇ ਉਸਦੀ 11 ਆਇਤ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਅਤੇ ਖੁਦਾਵੰਦ ਤੁਹਾਨੂੰ ਸਭਨਾਂ ਨੂੰ ਬਰਕਤ ਦੇਵੇ। ਆਮੀਨ।